ਸਤਨਾਮ ਸ਼੍ਰੀ ਵਾਹਿਗੁਰੂ ਜੀ। ਮੈਂ ਧਰ ਤੇਰੀ ਸੁਆਮੀਆਂ ਮੇਰੇ, ਤੂੰ ਕਿਉ ਮਨ ਹੋ ਵਿਸਾਰੇ। ਇਸਤਰੀ ਰੂਪ ਚੇਰੀ ਕੀ ਨਿਆਈ, ਸੋਭ ਨਹੀਂ ਬਿਨ ਭਰ ਤਾਰੇ। ਬਾਣੀ ਮੁਖੋਂ ਉਚਾਰੀਐ, ਹੋਏ ਰੁਸ਼ਨਾਈ ਮਿਟੈ ਅੰਧਿਆਰਾ। ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਧੁਨਕਾਰਾ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੌੜੀ ਮਹੱਲਾ ਪਹਿਲਾ। ਬੋਲਹਿ ਸਾਚ, ਮਿਥਿਆ ਨਹੀਂ ਰਾਈ। ਚੱਲਹਿ ਗੁਰਮੁਖ, ਹੁਕਮ ਰਜਾਈ। ਬੋਲਹਿ ਸਾਚ, ਮਿਥਿਆ ਨਹੀਂ ਰਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ, ਚਬਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਦੀ ਪਰਮ ਕਿਰਪਾਲਤਾ ਦਾ ਸਦਕਾ ਜੋ ਹਜ਼ੂਰ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਮੁੱਖ ਵਾਕ ਬਾਣੀ ਦੀ ਲੜੀਵਾਰ ਕਥਾ ਆਰੰਭ ਹੋਈ ਹੈ। ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 227 ਤੱਕ ਹੁਣ ਤੱਕ ਪੁੱਜੀ ਹੈ ਅਤੇ ਗੌੜੀ ਰਾਗ ਵਿੱਚ ਜੋ ਸਤਿਗੁਰਾਂ ਦੀਆਂ ਅਸ਼ਟਪਦੀਆਂ ਹਨ, ਹੁਣ ਤੱਕ 14 ਅਸ਼ਟਪਦੀਆਂ ਦੀ ਵਿਚਾਰ ਹੋ ਚੁੱਕੀ ਹੈ। ਉਸ ਤੋਂ ਅੱਗੇ ਗੁਰੂ ਕਿਰਪਾ ਸਦਕਾ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਲਾਹਾ ਪ੍ਰਾਪਤ ਕਰੀਏ। ਗੌੜੀ ਮਹੱਲਾ ਪਹਿਲਾ। ਗੌੜੀ ਰਾਗਣੀ ਅੰਦਰ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਫਰਮਾ ਰਹੇ ਨੇ। ਸੰਪਰਦਾ ਦੇ ਵਿੱਚ ਜਾਂ ਇਤਿਹਾਸ ਵਿੱਚ ਬਚਨ ਲਿਖੇ ਹੋਏ ਨੇ ਕਿ ਇਹ ਅਸ਼ਟਪਦੀਆਂ ਸਿੱਧਾਂ ਨਾਲ ਵਿਚਾਰ ਹੁੰਦਿਆਂ ਹੋਇਆਂ ਹਜ਼ੂਰ ਨੇ ਇਹ ਉਚਾਰਨ ਕੀਤੀਆਂ ਹਨ। ਹਜ਼ੂਰ ਕਹਿੰਦੇ ਨੇ, ਬੋਲਹਿ ਸਾਚ, ਮਿਥਿਆ ਨਹੀਂ ਰਾਈ। ਜੋ ਗੁਰਮੁਖ ਹਨ, ਗੁਰਾਂ ਦੇ ਅਨੁਸਾਰੀ ਹੋ ਕੇ ਚੱਲਦੇ ਨੇ, ਉਹ ਬੋਲਦੇ ਹਨ ਹਮੇਸ਼ਾ ਸੱਚ। ਜਿਵੇਂ ਬਚਨ ਹਨ, ਸੰਤਨ ਕੀ ਸੁਣ ਸਾਖੀ, ਸਾਚੀ ਸਾਖੀ, ਸੋ ਬੋਲਹਿ ਜੋ ਪੇਖੈ ਆਖੀ। ਜੋ ਅੱਖਾਂ ਨਾਲ ਤੱਕਦੇ ਹਨ ਉਹੀ ਬੋਲਦੇ ਨੇ, ਸੱਚ ਬੋਲਦੇ ਹਨ। ਬਾਹਰੀ ਅਰਥ ਹੈ ਜਿਹੜਾ ਸੱਚ ਬੋਲਣਾ, ਝੂਠ ਨਾ ਬੋਲਣਾ। ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ ਹੈ। ਜੋ ਗੁਰ ਦੱਸੈ ਵਾਟ, ਮੁਰੀਦਾ ਜੋਲੀ ਹੈ। ਇੱਕ ਤਾਂ ਇਹ ਸੱਚ ਬੋਲਣਾ ਹੈ, ਹਮੇਸ਼ਾ ਸੱਚ ਹੀ ਬੋਲੋ। ਧਰਮ ਵਿੱਚ ਲਪੇਟਿਆ ਹੋਇਆ ਸੱਚ ਬੋਲੋ। ਜਿੱਥੇ ਧਰਮ ਰਹਿ ਆਉਂਦਾ ਹੋਵੇ ਉੱਥੇ ਸੱਚ ਬੋਲਣਾ ਚਾਹੀਦਾ। ਅਤੇ ਜੇ ਸੱਚ ਬੋਲਣ ਨਾਲ ਨੁਕਸਾਨ ਹੁੰਦਾ, ਕਿਸੇ ਦਾ ਕਤਲ ਹੁੰਦਾ, ਕਿਸੇ ਨੂੰ ਦੁੱਖ ਪਹੁੰਚਦਾ, ਉੱਥੇ ਵੀ ਝੂਠ ਨਹੀਂ ਬੋਲਣਾ ਚਾਹੀਦਾ ਅਤੇ ਚੁੱਪ ਚੰਗੀ ਹੈ। ਸੋ ਇਸ ਪ੍ਰਕਾਰ ਗੁਰਮੁਖ ਹਮੇਸ਼ਾ ਸੱਚ ਹੀ ਬੋਲਦੇ ਨੇ, ਝੂਠ ਨਹੀਂ ਬੋਲਦੇ। ਮਿਥਿਆ ਨਹੀਂ ਰਾਈ। ਮਿਥਿਆ ਨਾਮ ਝੂਠ ਦਾ ਹੈ। ਰਾਈ ਮਾਤਰ ਵੀ ਉਹ ਮਿਥਿਆ ਝੂਠ ਨਹੀਂ ਬੋਲਦੇ। ਔਰ ਹੁਣ ਜਿਹੜਾ ਅਧਿਆਤਮਿਕ ਅਰਥ ਹੈ, ਅੰਤਰੀਵ ਅਰਥ ਹੈ ਇਹਨਾਂ ਬਚਨਾਂ ਅੰਦਰ, ਸੱਚ ਕੀ ਹੈ? ਵਾਹਿਗੁਰੂ ਪਰਮਾਤਮਾ, ਅਤੇ ਫਿਰ ਸੱਚਾ ਨਾਮ ਹੈ। ਵਾਹਿਗੁਰੂ ਸੱਚ ਸਰੂਪ ਹੈ, ਇਸ ਕਰਕੇ ਉਸ ਦਾ ਨਾਮ ਵੀ ਸੱਚ ਹੈ। ਗੁਰਮੁਖ ਪਿਆਰੇ ਹਮੇਸ਼ਾ ਸੱਚੇ ਨਾਮ ਨੂੰ ਹੀ ਬੋਲਦੇ ਹਨ। ਹੁਣ ਮਿਥਿਆ ਕੀ ਹੈ? ਸੰਸਾਰ। ਅਤੇ ਮਿਥਿਆ ਬੋਲਣਾ ਨਹੀਂ, ਮਤਲਬ ਇੱਥੇ ਅਰਥ ਇੱਥੇ ਹੈ ਕਿ ਹਿਰਦਿਆਂ ਦੇ ਅੰਦਰ, ਗੁਰਮੁਖਾਂ ਦੇ ਹਿਰਦੇ ਅੰਦਰ ਮਿਥਿਆ ਜਿਹੜਾ ਸੰਸਾਰ ਹੈ, ਮਿਥਿਆ ਹੋਇਆ ਜੋ ਸਦਾ ਨਹੀਂ ਰਹਿਣਾ, ਝੂਠ ਮੂਠ ਹੈ, ਤਮਾਸ਼ਾ ਹੈ। ਇਸ ਨੂੰ ਉਹਨਾਂ ਰਾਈ ਮਾਤਰ ਵੀ ਆਪਣੇ ਮਨ ਅੰਦਰ ਨਹੀਂ ਵਸਾਇਆ ਹੋਇਆ। ਸੱਚੇ ਨਾਮ ਨੂੰ ਅੰਦਰ ਵਸਾਇਆ, ਔਰ ਬੋਲਦੇ ਵੀ ਸੱਚਾ ਨਾਮ ਹੀ ਹਨ। ਜਿਹੜੇ ਅੰਦਰੋਂ ਨਾਮ ਨਾਲ ਜੁੜ ਜਾਂਦੇ ਹਨ, ਉਹ ਸੰਸਾਰੀ ਗੱਲਾਂ ਵੀ ਬਹੁਤ ਘੱਟ ਕਰਦੇ। ਲੋੜ ਅਨੁਸਾਰ ਬੋਲਦੇ ਤਾਂ ਹਨ, ਪਰ ਮਨ ਦੇ ਅੰਦਰ ਝੂਠ, ਸੰਸਾਰ, ਨਿੰਦਿਆ, ਚੁਗਲੀ ਇਹ ਵਸਾਇਆ ਹੋਇਆ ਨਹੀਂ ਹੈ। ਚੱਲਹਿ ਗੁਰਮੁਖ, ਹੁਕਮ ਰਜਾਈ। ਜੋ ਗੁਰਾਂ ਦੇ ਸਨਮੁਖ ਹੋ ਕੇ ਚੱਲਣ ਵਾਲੇ ਨੇ, ਉਹ ਜੀਵਨ ਦੇ ਸਫ਼ਰ ਅੰਦਰ, ਜਿਹੜਾ ਜੀਵਨ ਦਾ ਪੰਧ ਹੈ, ਜਿੰਨਾ ਚਿਰ ਜ਼ਿੰਦਗੀ ਹੈ, ਉਹ ਜੀਵਨ ਦੀ ਜਿਹੜੀ ਚਾਲ ਉਹਨਾਂ ਦੀ, ਉਹਦੇ ਵਿੱਚ ਕਿਹਾ ਹੈ ਕਿ ਹੁਕਮੀ ਜੋ ਪਰਮਾਤਮਾ ਹੈ, ਰਜਾਈ, ਰਜਾ ਦਾ ਮਾਲਕ, ਹੁਕਮ ਦਾ ਮਾਲਕ,
ਉਸ ਦੇ ਹੁਕਮ ਅੰਦਰ ਹੀ ਚੱਲਦੇ ਨੇ। ਵਾਹਿਗੁਰੂ ਪ੍ਰਮਾਤਮਾ ਦੇ ਹੁਕਮ ਅੰਦਰ ਹੀ ਗੁਰਮੁਖ ਪਿਆਰੇ ਚੱਲਦੇ ਨੇ, ਕਿਉਂਕਿ ਭਾਣਾ ਮੰਨੈ ਮਿਲੈ ਤੁਧ ਆਏ, ਜਿਸ ਭਾਣਾ ਭਾਵੈ ਸੋ ਤੁਝ ਸਮਾਏ। ਵਾਹਿਗੁਰੂ ਦੇ ਹੁਕਮ ਦੀ ਅਦੂਲੀ ਨਹੀਂ ਕਰਦੇ ਕਿ ਇੰਜ ਕਿਉਂ ਕਰ ਦਿੱਤਾ, ਇੰਜ ਕਿਉਂ ਕਰ ਦਿੱਤਾ। ਔਰ ਜੇ ਦੁੱਖ ਹੈ ਤੇ ਦੁੱਖ ਵਿੱਚ ਵੀ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ, ਸੁੱਖ ਹੈ ਤੇ ਸੁੱਖ ਵਿੱਚ ਵੀ ਵਾਹਿਗੁਰੂ ਨੂੰ ਆਰਾਧਦੇ ਨੇ। ਇੰਜ ਰਜਾ ਦੇ ਮਾਲਕ ਹੁਕਮੀ ਪ੍ਰਮਾਤਮਾ ਦੇ ਹੁਕਮ ਅਨੁਸਾਰ ਹੀ ਉਹ ਚੱਲਦੇ ਨੇ। ਰਹਿ ਹੈ ਅਤੀਤ ਸੱਚੇ ਸਰਣ ਆਈ। ਸੱਚਾ ਜੋ ਅਕਾਲ ਪੁਰਖ ਵਾਹਿਗੁਰੂ ਜੀ ਹੈ, ਸੱਚੇ ਅਕਾਲ ਪੁਰਖ ਦੀ ਸ਼ਰਨ ਵਿੱਚ ਹੀ ਰਹਿੰਦੇ ਹਨ। ਤੇ ਰਹਿ ਹੈ ਅਤੀਤ, ਅਤੀਤ ਜਿਹੜਾ ਸੰਸਾਰ ਹੈ ਦੇ ਮੋਹ ਤੋਂ ਉਪਰਾਮ। ਇੱਕ ਅਤੀਤ ਕਹਾਉਂਦੇ ਨੇ, ਅਤੀਤ ਸਦਾਏ ਮਾਇਆ ਕਾ ਮਾਤਾ, ਮਨ ਨਹੀਂ ਪ੍ਰੀਤ ਕਹੈ ਮੁਖ ਰਾਤਾ। ਮੁਖ ਤੋਂ ਕਹਿੰਦਾ ਅਸੀਂ ਰੰਗੇ ਹੋਏ ਹਾਂ। ਤੇ ਇਸ ਪ੍ਰਕਾਰ ਮਾਇਆ 'ਚ ਮਸਤਿਆ ਹੋਇਆ ਅਤੀਤ ਕਹਾਉਂਦਾ ਹੈ। ਦੁਨੀਆ ਘਰ-ਬਾਰ ਛੱਡ ਕੇ ਜੰਗਲਾਂ ਬੇਲਿਆਂ 'ਚ ਜਾਂ ਪਹਾੜਾਂ 'ਚ ਗੁਫਾ 'ਚ ਜਾ ਲੁਕੇ, ਪਰ ਅੰਦਰੋਂ ਮਨ ਦੇ ਵਿੱਚੋਂ ਮਾਇਆ ਦਾ ਪ੍ਰਭਾਵ ਨਹੀਂ ਖਤਮ ਹੋਇਆ, ਵਿਕਾਰਾਂ ਦਾ ਪ੍ਰਭਾਵ ਨਹੀਂ ਖਤਮ ਹੋਇਆ। ਕਹਾਉਂਦੇ ਅਤੀਤ ਨੇ, ਉਹਨਾਂ ਨੂੰ ਅਤੀਤ ਨਹੀਂ ਕਿਹਾ ਜਾਂਦਾ। ਸੋ ਇਸ ਪ੍ਰਕਾਰ ਜਿਹੜਾ ਵਿਰਕਤ ਹੋਣਾ, ਮਾਇਆ ਦੇ ਮੋਹ ਤੋਂ ਰਹਿਤ ਹੋਣਾ ਹੈ। ਇਸ ਤਰ੍ਹਾਂ ਰਹਿ ਹੈ ਅਤੀਤ ਸੱਚੇ ਸਰਣਾਈ, ਮਨ ਦੀ ਪਕੜ ਜਕੜ ਤੋਂ ਰਹਿਤ ਹੋ ਜਾਣਾ, ਇਹ ਅਤੀਤਤਾਈ ਹੈ, ਇਹ ਵਿਰਕਤਤਾਈ ਹੈ। ਇਸ ਤਰ੍ਹਾਂ ਉਹ ਗੁਰਮੁਖ ਪਿਆਰੇ ਸੱਚੇ ਅਕਾਲ ਪੁਰਖ ਦੀ ਸ਼ਰਨ ਵਿੱਚ ਪਏ ਹੋਏ ਹਮੇਸ਼ਾ ਅਤੀਤ ਹੋ ਕੇ ਮਾਨਸਿਕ ਤੌਰ 'ਤੇ ਮਾਇਆ ਦੇ ਤਿਆਗੀ ਹੋ ਕੇ ਜੀਵਨ ਗੁਜ਼ਾਰਦੇ ਨੇ। ਸੱਚ ਘਰ ਬੈਸੈ ਕਾਲ ਨਾ ਜੋ ਹੈ। ਸੱਚਾ ਘਰ ਹੈ ਸਤ ਸੰਗਤ। ਜੋ ਗੁਰਮੁਖ ਸੱਚੇ ਘਰ ਵਿੱਚ ਬੈਠਦਾ ਹੈ ਉਹਨੂੰ ਕਾਲ ਨਾ ਜੋ ਹੈ। ਜਿਹੜਾ ਮੌਤ ਦਾ ਸਹਿਮ ਹੈ ਉਹ ਉਹਦੇ ਵੱਲ ਤੱਕ ਨਹੀਂ ਸਕਦਾ, ਮੌਤ ਦਾ ਸਹਿਮ ਉਹਦੇ 'ਤੇ ਪ੍ਰਭਾਵ ਨਹੀਂ ਪਾ ਸਕਦਾ। ਆਤਮਿਕ ਮੌਤ ਉਹਦੇ ਵੱਲ ਵੇਖ ਨਹੀਂ ਸਕਦੀ। ਦੂਸਰਾ ਸੱਚ ਘਰ ਬੈਸੈ, ਸੱਚਾ ਘਰ ਕਿਹਾ ਹੈ ਸਰੂਪ ਮਹੱਲ ਵਾਹਿਗੁਰੂ ਪ੍ਰਮਾਤਮਾ ਦੇ ਸਰੂਪ ਦਾ ਗਿਆਨ। ਇਸ ਸਰੂਪ ਰੂਪੀ ਘਰ ਵਿੱਚ ਜਿਹੜਾ ਬੈਸਾ ਬੈਠ ਜਾਂਦਾ ਹੈ ਨਾ, ਅੰਤਰਮੁਖ ਬਿਰਤੀ ਕਰਕੇ, ਕਾਲ ਨਾ ਜੋ ਹੈ, ਕਾਲ ਮੌਤ ਦਾ ਪ੍ਰਭਾਵ ਉਸ ਦੇ ਉੱਪਰ ਕੋਈ ਨਹੀਂ ਪੈਂਦਾ ਹੈ। ਮਨਮੁਖ ਕਉ ਆਵਤ ਜਾਵਤ ਦੁੱਖ ਮੋਹ ਹੈ। ਜਿਹੜਾ ਮਨਮੁਖ ਹੈ, ਮਨ ਦੇ ਪਿੱਛੇ ਲੱਗਣ ਵਾਲਾ, ਉਹ ਆਉਂਦਾ ਜਾਂਦਾ ਹੈ। ਆਉਂਦਿਆਂ ਜਾਂਦਿਆਂ ਉਹਨੂੰ ਜਿਹੜਾ ਦੁੱਖ ਹੈ, ਆਉਣ ਦਾ ਵੀ, ਜੰਮਣ ਦਾ ਵੀ, ਤੇ ਜਾਵਤ ਜਾਂਦਿਆਂ ਹੋਇਆਂ ਮਰਨ ਦਾ ਵੀ, ਮੋਹ ਕਰਕੇ ਇਹ ਦੁੱਖ ਉਸ ਨੂੰ ਵਿਆਪਦਾ ਹੈ। ਦੁੱਖ ਮੋਹ ਲੈਂਦਾ, ਭਾਵ ਉਹਨੂੰ ਦੁੱਖ ਹੀ ਚੰਗਾ ਲੱਗਦਾ ਇਸ ਦੁਨੀਆ 'ਤੇ ਜ਼ਿੰਦਗੀ ਬਤੀਤ ਕਰਨੀ। ਅਤੇ ਇਸ ਪ੍ਰਕਾਰ ਜੰਮਣ ਮਰਨ 'ਚੋਂ ਨਿਕਲਦਾ ਹੀ ਨਹੀਂ ਹੈ। ਉਹਨੂੰ ਇਹ ਸੰਸਾਰ ਚੰਗਾ ਜੋ ਲੱਗਦਾ ਹੋਇਆ, ਸੰਸਾਰ ਹੀ ਮੋਹ ਲੈਂਦਾ ਉਸ ਨੂੰ। ਇਸ ਤਰ੍ਹਾਂ ਮੋਹ ਕਰਕੇ ਜਿਹੜਾ ਦੁੱਖ ਹੈ, ਆਵਤ ਜਾਵਤ, ਆਉਂਦਿਆਂ ਜਾਂਦਿਆਂ ਉਹਨੂੰ ਦੁੱਖ ਬਤੀਤ ਹੁੰਦਾ ਹੈ। ਇਹ ਸੰਸਾਰ ਦੇ ਮੋਹ 'ਚ ਰਹਿਣ ਕਰਕੇ ਜੋ ਮਨਮੁਖ ਹੈ, ਮਨ ਦੇ ਪਿੱਛੇ ਲੱਗਾ ਹੋਇਆ। ਰਹਾਓ ਆਪਿਓ ਪੀਓ ਅਕਥ ਕਥ ਰਹੀ ਹੈ। ਹਜ਼ੂਰ ਕਹਿੰਦੇ ਨੇ ਜੋ ਅਕਥਨ ਇਹ ਹੈ ਪ੍ਰਮਾਤਮਾ, ਜਿਸ ਦਾ ਪੂਰਾ ਕਥਨ ਹੋ ਨਹੀਂ ਸਕਿਆ, ਨਾ ਹੋ ਸਕੇਗਾ। ਉਸ ਅਕਾਲ ਪੁਰਖ ਪ੍ਰਮਾਤਮਾ ਦਾ ਕਥਨ ਕਰਦੇ ਰਹਿਣਾ ਚਾਹੀਦਾ। ਅਕਥ ਅਕਥ ਕਥ ਰਹੀ ਹੈ। ਸੋ ਵਾਹਿਗੁਰੂ ਪ੍ਰਮਾਤਮਾ ਦਾ ਕਥਨ ਕਰਨਾ ਚਾਹੀਦਾ, ਯਾਨੀ ਨਾਮ ਬੋਲਣਾ ਚਾਹੀਦਾ। ਹਰ ਕੀ ਅਕਥ ਕਥਾ ਹੈ ਨਿਰਾਰੀ। ਸੋ ਇਸ ਪ੍ਰਕਾਰ ਜੋ ਪ੍ਰਮਾਤਮਾ ਦੀ ਕਥਾ ਹੈ ਉਹ ਨਿਰਾਲਾ ਕਰ ਦੇਣ ਵਾਲੀ। ਐਸੇ ਅਕਥ ਪ੍ਰਮਾਤਮਾ ਨੂੰ ਜਪਦੇ ਰਹਿਣਾ ਚਾਹੀਦਾ। ਅਤੇ ਇਸ ਤਰ੍ਹਾਂ ਅਪਿਓ ਪੀਓ, ਇਸ ਤਰ੍ਹਾਂ ਅਕਥ ਦਾ ਕਥਨ ਕਰਦਿਆਂ ਹੋਇਆਂ ਅਸੀਂ ਤਾਂ ਭਾਈ, ਅਪਿਓ ਨਾਮ ਅੰਮ੍ਰਿਤ ਦਾ ਹੈ। ਆਤਮਿਕ ਮੌਤ ਨੂੰ ਮਾਰ ਦੇਣ ਵਾਲਾ ਜਿਹੜਾ ਵਾਹਿਗੁਰੂ ਦਾ ਨਾਮ ਹੈ, ਇਹ ਅਸੀਂ ਪੀਂਦੇ ਹਾਂ। ਨਿਜ ਘਰ ਬੈਸ ਸਹਿਜ ਘਰ ਲਹੀ ਹੈ। ਸੋ ਇਸ ਪ੍ਰਕਾਰ ਜਿਹੜਾ ਨਿਜ ਘਰ ਹੈ, ਨਿਜ ਘਰ ਆਪਣਾ ਸਰੀਰ ਵੀ ਹੈ, ਨਿਜ ਘਰ ਆਪਣਾ ਹਿਰਦਾ ਹੈ। ਅਸਲੀ ਘਰ ਹੈ ਨਿਜ ਘਰ, ਸਰੂਪ ਦਾ ਗਿਆਨ। ਆਤਮਿਕ ਸਰੂਪ ਰੂਪੀ ਘਰ ਵਿੱਚ ਬੈਠ ਜਾਈਏ ਜਾਂ ਹਿਰਦੇ ਰੂਪੀ ਘਰ 'ਚ ਬਹਿ ਜਾਈਏ, ਸਤ ਸੰਗਤ ਰੂਪੀ ਘਰ 'ਚ ਬੈਠ ਕੇ ਸਹਿਜ ਕਰ ਲਈਏ। ਜਿਹੜਾ ਸਹਿਜ ਦਾ ਘਰ ਹੈ ਨਾ, ਮਾਨਸਿਕ ਅਡੋਲਤਾ ਵਾਲਾ ਜਿਹੜਾ ਘਰ ਹੈ, ਸਰੂਪ ਦਾ ਗਿਆਨ, ਉਹ ਲਹੀ ਹੈ, ਪ੍ਰਾਪਤ ਕਰ ਲਈਦਾ ਹੈ। ਹਰ ਰਸ ਮਾਤੇ ਇਹ ਸੁਖ ਕਹੀ ਹੈ। ਜਿਹੜਾ ਹਰੀ ਪ੍ਰਮਾਤਮਾ ਦੇ ਨਾਮ ਦਾ ਰਸ ਹੈ, ਉਹਦੇ ਵਿੱਚ ਮੱਤੇ ਜਾਣਾ, ਮੱਤਣਾ ਹੁੰਦਾ ਮਸਤ ਹੋ ਜਾਣਾ। ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੇ ਰਸ ਵਿੱਚ ਜਿਹੜੇ ਮਸਤ ਹੋ ਗਏ,
ਇਹੋ ਸੁਖ ਕਹੀ ਹੈ। ਇਹੋ ਹੀ ਸੁਖ ਕਹੀਦਾ ਅਸਲ ਵਿੱਚ ਇਸ ਨੂੰ ਹੀ ਸੁਖ ਕਹੀਦਾ ਹੈ, ਜਿਹੜਾ ਹਰੀ ਪ੍ਰਮਾਤਮਾ ਦੇ ਨਾਮ ਰਸ ਵਿੱਚ ਮਸਤ ਹੋ ਜਾਣਾ ਹੈ। ਇੱਥੇ ਹੀ ਸੁਖ ਹੈ, ਇਹਦੋਂ ਪਹਿਲਾਂ ਕਿਤੇ ਸੁਖ ਹੈ ਨਹੀਂ, ਇਹਦੋਂ ਬਾਹਰ ਕਿਤੇ ਸੁਖ ਹੈ ਨਹੀਂ। ਇਹਦੇ ਸਾਡੀ ਸੰਸਾਰੀਆਂ ਦੀ ਪਰਿਭਾਸ਼ਾ ਹੈ ਨਾ, ਸਾਡੀ ਗਿਣਤੀ ਮਿਣਤੀ ਆ ਵੀ ਆਹ ਚੀਜ਼ ਮਿਲ ਗਈ ਸੁਖ ਹੋਵੇਗਾ, ਇਸ ਚੀਜ਼ ਦਾ ਸੁਖ ਹੈ, ਇਸ ਚੀਜ਼ ਦਾ ਸੁਖ ਹੈ। ਪਰ ਹਜ਼ੂਰ ਕਹਿੰਦੇ ਨੇ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨਾ, ਸੁਖ ਨਾ ਹੀ ਰੇ ਹਰ ਭਗਤ ਬਿਨਾ। ਸੋ ਸੁਖ ਨਾ ਹੀ ਬਹੁਤਾ ਧਨ ਖਾਟੇ, ਸੁਖ ਨਾ ਹੀ ਪੇਖੇ ਨਿਰਤ ਨਾਟੇ, ਸੁਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਇਉਂ ਹਰੀ ਦੇ ਨਾਮ ਰਸ ਵਿੱਚ ਮਨ ਜਿਹੜਾ ਹੈ ਮਸਤ ਹੋਵੇ ਤੇ ਇਹਨੂੰ ਹੀ ਸੁਖ ਕਹੀਦਾ ਹੈ। ਗੁਰਮਤਿ ਚਾਲ ਨਿਹਚਲ ਨਹੀਂ ਡੋਲਾ, ਜਿਸ ਦੇ ਅੰਦਰ ਗੁਰਮਤ ਆ ਜਾਏ, ਗੁਰੂ ਦੀ ਮੱਤ ਸਿੱਖਿਆ ਦੁਆਰਾ, ਜਿਹੜਾ ਗੁਰੂ ਦੀ ਮੱਤ ਸਿੱਖਿਆ ਅਨੁਸਾਰ ਆਪਣੇ ਜੀਵਨ ਦੀ ਚਾਲ ਨੂੰ ਚੱਲਦਾ ਹੈ, ਇਹ ਚਾਲ ਹੀ ਨਿਹਚਲ ਅਚਲ ਹੈ, ਟਿਕੇ ਰਹਿਣ ਵਾਲੀ ਚਾਲ ਹੈ, ਨਹੀਂ ਡੋਲਾ। ਸੋ ਇਸ ਚਾਲ ਤੇ ਚੱਲਦਾ ਹੋਇਆ ਕੋਈ ਵੀ ਗੁਰਮੁਖ ਪਿਆਰਾ ਚਿੱਤ ਕਰਕੇ ਡੋਲਦਾ ਨਹੀਂ ਹੈ। ਹਰਖ ਸੋਗ ਦੋਹਾਂ ਤੇ ਮੁਕਤਾ ਹੋ ਜਾਂਦਾ ਹੈ, ਮਾਨਸਿਕ ਅਡੋਲਤਾ ਪ੍ਰਾਪਤ ਹੁੰਦੀ ਹੈ। ਡਿੱਗਿਆ ਨਾ ਡੋਲਾ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਚਿੱਤ ਡੋਲਦਾ ਨਹੀਂ ਸੰਸਾਰ ਵਿੱਚ। ਇਸ ਤਰ੍ਹਾਂ ਜਿਨ੍ਹਾਂ ਨੂੰ ਗੁਰਮਤ ਦੇ ਅਨੁਸਾਰ ਚਾਲ ਚੱਲਣੀ ਆ ਗਈ, ਗੁਰਮਤ ਸਾਰ ਹੋਰ ਨਾਮ ਵੀ ਹੁੰਦੀ, ਗੁਰਾਂ ਦੀ ਮੱਤ ਹੀ ਸਾਰ ਸ੍ਰੇਸ਼ਟ ਹੈ, ਹੋਰ ਮਤਾਂ ਦਾ ਨਾਮ ਤੋਂ ਸਖਣੀਆਂ ਹਨ ਤੇ ਉਸ ਲਈ ਨਹੀਂ ਹੈ। ਬਾਬਾ ਹੋਰ ਮਤ ਹੋਰ ਜੇ ਸੌ ਵੇਰ ਕਮਾਈਏ, ਕੂੜਾ ਕੂੜਾ ਜ਼ੋਰ। ਸੋ ਹਜ਼ੂਰ ਕਹਿੰਦੇ ਨੇ ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਨੀ, ਅਨ ਦਿਨ ਹਰ ਹਰ ਨਾਮ ਧਿਆਵੋ, ਗੁਰ ਸਤਿਗੁਰ ਕੀ ਮਤ ਲੈਣੀ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਗੁਰੂ ਦੀ ਮਤ ਸਿੱਖਿਆ ਦੇ ਅਨੁਸਾਰ ਜਿਹੜੀ ਚਾਲ ਹੈ ਜੀਵਨ ਦੀ, ਇਹ ਚੱਲਣੀ ਚਾਹੀਦੀ ਹੈ। ਇਹ ਨਿਹਚਲ ਅਚਲ ਕਰਨ ਵਾਲੀ ਹੈ। ਜਿਹੜਾ ਇਸ ਚਾਲ ਤੇ ਚੱਲਦਾ ਹਿਰਦੇ ਕਰਕੇ ਅਚਲ ਹੋ ਜਾਂਦਾ ਹੈ, ਨਹੀਂ ਡੋਲਾ, ਨਹੀਂ ਡੋਲਦਾ ਡਿੱਗਦਾ। ਗੁਰਮਤਿ ਸਾਚ ਸਹਿਜ ਹਰ ਬੋਲਾ, ਜਿਹੜਾ ਗੁਰਮਤੀਆ ਹੈ, ਗੁਰੂ ਦੀ ਮੱਤ ਸਿੱਖਿਆ ਅਨੁਸਾਰ ਚੱਲਦਾ ਹੈ ਤੇ ਸਾਚ ਸੱਚੇ ਨਾਮ ਦੁਆਰਾ ਸਹਿਜ ਹਰ ਬੋਲਾ, ਮਾਨਸਿਕ ਅਡੋਲਤਾ 'ਚ ਪਹੁੰਚਿਆ ਹੋਇਆ ਹਮੇਸ਼ਾ ਉਹ ਹਰੀ ਪ੍ਰਮਾਤਮਾ ਦੇ ਨਾਮ ਨੂੰ ਹੀ ਬੋਲਦਾ ਹੈ। ਪੀਵੈ ਅੰਮ੍ਰਿਤ ਤਤ ਵਿਰੋਲਾ, ਉਹ ਤਤ ਨੂੰ ਵਿਰੋਲਾ ਮੈਨੇ ਰਿੜਕਦਾ ਹੈ। ਤਤ ਮਿਥਿਆ ਦਾ ਵਿਵੇਚਨ ਕਰਦਾ ਹੈ ਤੇ ਮਿਥਿਆ ਨੂੰ ਛੱਡ ਕੇ ਤਤ ਨੂੰ ਗ੍ਰਹਿਣ ਕਰਦਾ ਹੈ। ਵਿਰੋਲਾ ਰਿੜਕਣਾ ਮਤਲਬ ਵਿਚਾਰਨਾ। ਆਪਣੇ ਹਿਰਦੇ ਅੰਦਰ ਤਤ ਸਿਧਾਂਤ ਰੂਪ ਪ੍ਰਮਾਤਮਾ ਨੂੰ ਉਹ ਵਿਰੋਲਾ ਰਿੜਕਦਾ ਵਿਚਾਰਦਾ ਹੈ ਤੇ ਇੰਜੋ ਗੁਰਮੁਖ ਪੀਵੈ ਅੰਮ੍ਰਿਤ, ਉਹ ਪਰਮੇਸ਼ਰ ਦਾ ਨਾਮ ਅੰਮ੍ਰਿਤ, ਆਤਮਿਕ ਮੌਤ ਤੋਂ ਰਹਿਤ ਕਰਨ ਵਾਲਾ ਜਿਹੜਾ ਅੰਮ੍ਰਿਤ ਨਾਮ ਹੈ, ਇਸ ਨੂੰ ਪੀਂਦਾ ਹੈ। ਸਤਿਗੁਰ ਦੇਖਿਆ ਦੀਖਿਆ ਲੀਨੀ, ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਦਾ ਦਰਸ਼ਨ ਵੇਖਿਆ ਹੈ। ਦਰਸ਼ਨ ਦੇਖ ਭਈ ਮਤ ਪੂਰੀ, 68 ਮੱਜਨ ਚਰਨ ਧੂਰੀ। ਸੋ ਇਸ ਪ੍ਰਕਾਰ ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਜਿਨ੍ਹਾਂ ਨੇ ਦਰਸ਼ਨ ਵੇਖਿਆ ਸਤਿਗੁਰੂ ਦਾ, ਜਿਨ੍ਹਾਂ ਨੇ ਸਤਿਗੁਰੂ ਨੂੰ ਵੇਖਿਆ ਅੰਦਰਲੀਆਂ ਵਿਰਾਗ ਤੇ ਵਿਵੇਕ ਦੀਆਂ ਅੱਖਾਂ ਨਾਲ, ਸੋ ਇਸ ਪ੍ਰਕਾਰ ਮਨ ਬੁੱਧ ਰੂਪੀ ਨੇਤਰਾਂ 'ਚ ਭਾਵਨਾ ਦੀ ਸ਼ਰਧਾ ਦੀ ਨਿਗਾਹ ਪਾ ਕੇ ਜਿਨ੍ਹਾਂ ਨੇ ਸਤਿਗੁਰੂ ਨੂੰ ਵੇਖਿਆ ਹੈ ਤੇ ਦੀਖਿਆ ਲੀਨੀ, ਦੀਖਿਆ ਹੁੰਦੀ ਹੈ ਸਿੱਖਿਆ, ਸਤਿਗੁਰੂ ਦੀ ਸਿੱਖਿਆ ਵੀ ਜਿਨ੍ਹਾਂ ਨੇ ਲੀਨੀ ਧਾਰਨ ਕੀਤੀ ਹੈ, ਪ੍ਰਾਪਤ ਕੀਤੀ ਹੈ। ਮਨ ਤਨ ਅਰਪਿਓ ਅੰਤਰਗਤ ਕੀਨੀ, ਤੇ ਗੁਰੂ ਦੀ ਸਿੱਖਿਆ ਨੂੰ ਅੰਤਰਗਤ ਕਰ ਲਿਆ, ਹਿਰਦੇ 'ਚ ਵਸਾ ਲਿਆ ਹੈ। ਔਰ ਮਨ ਤੇ ਤਨ ਦੋਵੇਂ ਸਤਿਗੁਰੂ ਮਹਾਰਾਜ ਨੂੰ ਜਿਨ੍ਹਾਂ ਨੇ ਅਰਪਣ ਕਰ ਦਿੱਤੇ ਹਨ। ਗਤ ਮਿਤ ਪਾਈ ਆਤਮ ਚੀਨੀ, ਵਾਹਿਗੁਰੂ ਜੀ ਦੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਉਹਨਾਂ ਨੇ ਪ੍ਰਾਪਤ ਕਰ ਲਈ ਹੈ। ਆਤਮ ਚੀਨੀ, ਆਪਣੇ ਆਪ ਨੂੰ ਚੀਨਿਆ, ਪਛਾਣਿਆ, ਜਾਣ ਲਿਆ ਹੈ, ਪ੍ਰਾਪਤ ਕਰ ਲਿਆ ਆਪਣਾ ਆਤਮਿਕ ਸਰੂਪ। ਸੋ ਇਸ ਪ੍ਰਕਾਰ ਵਾਹਿਗੁਰੂ ਦੀ ਗਤ ਜਿਹੜੀ ਅਵਸਥਾ ਹੈ, ਉਸ ਦੀ ਮਿਤ ਕਦਰ ਨੂੰ, ਉਹਦੀ ਕੀਮਤ ਨੂੰ, ਕਦਰ ਨੂੰ ਪਾਇਆ ਉਹਨਾਂ ਨੇ। ਔਰ ਪ੍ਰਮਾਤਮਾ ਕਿਹੋ ਜਿਹਾ ਹੈ, ਕਿੱਡਾ ਕੁ ਵੱਡਾ ਹੈ, ਵਡਿਆਈ ਪ੍ਰਮਾਤਮਾ ਦੀ ਪ੍ਰਾਪਤ ਕੀਤੀ ਹੈ। ਤੇ ਇੰਜ ਆਤਮ ਚੀਨੀ, ਆਤਮ ਚੀਨ ਪਰਮ ਰੰਗ ਮਾਨੀ, ਇਉਂ ਆਤਮ ਜਿਹੜਾ ਆਪਣਾ ਸਰੂਪ ਹੈ, ਆਤਮਾ, ਉਸ ਨੂੰ ਚੀਨ ਜਾਣ ਲਿਆ ਉਹਨਾਂ ਨੇ। ਭੋਜਨ ਨਾਮ ਨਿਰੰਜਨ ਸਾਰ, ਇਉਂ ਗੁਰਮੁਖ ਪਿਆਰਿਆਂ ਦਾ ਜਿਹੜਾ ਭੋਜਨ ਹੈ, ਨਿਰੰਜਨ ਪਰਮਾਤਮਾ ਦਾ ਨਾਮ ਹੀ ਹੈ। ਇਹੀ ਸਾਰ ਸ੍ਰੇਸ਼ਟ ਭੋਜਨ ਹੈ। ਭੋਜਨ ਨਾਮ ਨਿਰੰਜਨ ਸਾਰ,
ਨਿਰੰਜਨ ਨਿਰਅੰਜਨ ਮਾਇਆ ਦੀ ਕਾਲਖ ਤੋਂ ਬਿਨਾਂ ਜੋ ਵਾਹਿਗੁਰੂ ਸ਼ੁੱਧ ਸਰੂਪ ਉਸ ਦਾ ਜੋ ਨਾਮ ਹੈ, ਇਹੀ ਗੁਰਮੁਖਾਂ ਵਾਸਤੇ ਸਾਰ ਸ੍ਰੇਸ਼ਟ ਭੋਜਨ ਹੈ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ। ਰੱਬ ਦੇ ਪਿਆਰਿਆਂ ਦੇ ਲੱਛਣ ਜਦੋਂ ਦੱਸੇ ਸਤਿਗੁਰੂ ਅਰਜਨ ਦੇਵ ਜੀ ਨੇ ਇਹ ਦੱਸਿਆ ਸੀ ਕਿ ਇਸ ਪ੍ਰਕਾਰ ਉਹ ਗੋਪਾਲ ਪਰਮੇਸ਼ਰ ਅਕਾਲ ਪੁਰਖ ਦੇ ਕੀਰਤਨ ਦਾ ਭੋਜਨ ਛਕਦੇ ਹਨ ਅਤੇ ਤੁਛ ਮਾਇਆ ਵਿੱਚ ਇੰਜ ਰਹਿੰਦੇ ਨਿਰਲੇਪ, ਜਿਵੇਂ ਪਾਣੀ 'ਚ ਕਮਲ ਫੁੱਲ ਨਿਰਲੇਪ ਰਹਿੰਦਾ। ਔਰ ਇਸੇ ਪ੍ਰਕਾਰ ਹਰ ਨਾਮੈ ਕੀ ਹਮਕੋ ਸਤਿਗੁਰ ਕਾਰ ਕੁੰਨੀ ਦੀ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ ਜਤ ਖਾਇਆ ਹਮਕੋ ਤ੍ਰਿਪਤ ਭਈ। ਸੋ ਇਸ ਪ੍ਰਕਾਰ ਹੋਰ ਵੀ ਹਜ਼ੂਰ ਨੇ ਕਿਹਾ, ਖੰਡ ਕੀਰਤਨ ਤਿਨ ਭੋਜਨ ਚੂਰਾ, ਕਹੋ ਨਾਨਕ ਜੇ ਸਤਿਗੁਰ ਪੂਰਾ। ਇਉਂ ਸਾਰ ਸ੍ਰੇਸ਼ਟ ਭੋਜਨ ਨਿਰੰਜਨ ਪਰਮਾਤਮਾ ਦੇ ਨਾਮ ਦਾ ਹੀ ਉਹਨਾਂ ਧਾਰਨ ਕੀਤਾ। ਅਤੇ ਜਿਹੜੇ ਐਸੇ ਹਨ ਪਰਮਹੰਸ ਸੱਚ ਜੋਤ ਅਪਾਰ, ਉਹ ਪਰਮਹੰਸ ਬਣ ਜਾਂਦਾ। ਗੁਰਮੁਖ ਪਿਆਰਾ ਜਿਹੜਾ ਇਸ ਅਵਸਥਾ 'ਚ ਪਹੁੰਚ ਜਾਏ, ਜਿਵੇਂ ਸਤਿਗੁਰੂ ਅੰਗਦ ਦੇਵ ਮਹਾਰਾਜ ਦੇ ਸਿੱਖ ਸੀ ਭਾਈ ਪਾਰੋ ਜੀ ਪਰਮਹੰਸ, ਉਹਨਾਂ ਨੂੰ ਖਿਤਾਬ ਮਿਲਿਆ ਸੀ ਗੁਰੂ ਅਮਰਦਾਸ ਮਹਾਰਾਜ ਕੋਲ। ਪਰਮਹੰਸ ਪਾਰੋ ਨਾਂ ਸੀ ਉਹਨਾਂ ਦਾ, ਜੁਲਕਾ ਗੋਤ ਸੀ ਅਤੇ ਸੁਲਤਾਨਪੁਰ ਲੋਧੀ ਦੇ ਨਜ਼ਦੀਕ ਜਿਹੜਾ ਡੱਲਾ ਪਿੰਡ ਹੈ, ਇੱਥੋਂ ਦੇ ਬਹੁਤ ਉੱਚ ਕੋਟੀ ਦੇ ਗੁਰਸਿੱਖ ਪਿਆਰੇ ਹੋਏ ਨੇ। ਤੀਜੇ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ 72 ਨਾਮੀ ਸਿੱਖਾਂ ਦੇ ਨਾਮ ਭਾਈ ਗੁਰਦਾਸ ਨੇ ਲਿਖੇ ਹਨ। ਬੜੀ ਕਰਨੀ ਵਾਲੇ ਗੁਰਸਿੱਖ ਇਸ ਨਗਰ ਦੇ ਹੋਏ ਨੇ। ਸੋ ਇਸ ਪ੍ਰਕਾਰ ਇਉਂ ਭਾਈ ਪਾਰੋ ਜੀ ਇਹਨਾਂ ਸਾਰਿਆਂ ਦੇ ਸ਼੍ਰੋਮਣੀ ਸੀ। ਉਹਨਾਂ ਨੂੰ ਸਤਿਗੁਰਾਂ ਨੇ ਪਰਮਹੰਸ ਦਾ ਖਿਤਾਬ ਦਿੱਤਾ ਹੋਇਆ ਸੀ। ਪਰਮਹੰਸ ਦਾ ਮਤਲਬ ਹੈ ਪਰਮ ਸੰਤ, ਬਹੁਤ ਵੱਡੇ ਮਹਾਨ ਸੰਤ ਤੋਂ ਬਣ ਜਾਂਦਾ ਗੁਰਮੁਖ ਪਿਆਰਾ। ਸੱਚ ਜੋਤ ਅਪਾਰ, ਅਪਾਰ ਜੋ ਬੇਅੰਤ ਹੈ ਪਰਮਾਤਮਾ, ਜੋ ਸੱਚ ਸਰੂਪ ਹੈ, ਉਸ ਦੀ ਜੋਤ ਪ੍ਰਗਟ ਹੋ ਜਾਂਦੀ ਹੈ। ਜੋਤ ਪ੍ਰਗਟ ਆਈ ਰਾਮ। ਸੋ ਇਸ ਪ੍ਰਕਾਰ ਪਰਮ ਜੋਤੀ ਦਾ ਪ੍ਰਕਾਸ਼ ਉਹਨਾਂ ਦੇ ਅੰਦਰ ਹੋ ਜਾਂਦਾ ਹੈ, ਉਹ ਪਰਮਹੰਸ ਬਣ ਜਾਂਦੇ ਹਨ। ਜਹ ਦੇਖੋ ਤਹ ਏਕੰਕਾਰ। ਫਿਰ ਜਿੱਧਰ ਵੀ ਤੁਸੀਂ ਵੇਖਦੇ ਹੋ ਉੱਧਰ ਉੱਧਰ ਏਕੰਕਾਰ ਪਰਮਾਤਮਾ, ਜਿਸ ਇੱਕ ਦਾ ਸਾਰੇ ਆਕਾਰ ਹੈ, ਸਾਰਾ ਆਕਾਰ ਜਿਸ ਪਰਮਾਤਮਾ ਦਾ, ਉਹ ਜਿੱਧਰ ਵੀ ਅਸੀਂ ਵੇਖਦੇ ਹਾਂ ਉਹ ਪਰਮਾਤਮਾ ਹੀ ਫਿਰ ਦਿਖਾਈ ਦਿੰਦਾ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਉਹਨਾਂ ਸੰਤ ਜਨਾਂ ਦੀ ਵਡਿਆਈ ਕਰ ਰਹੇ ਨੇ। ਰਹਿ ਨਿਰਾਲਮ ਏਕਾ ਸੱਚ ਕਰਨੀ। ਨਿਰਾਲਮ ਨਿਆਰਾ ਹੋ ਕੇ ਰਹਿੰਦਾ, ਨਿਰਾਲਮ ਨਿਰਲੇਪ ਹੋ ਕੇ ਰਹਿੰਦਾ। ਰਹਿ ਇਕਾਂਤ ਏਕੋ ਮਨ ਵਸਿਆ, ਆਸਾ ਮਾਹੇ ਨਿਰਾਸੋ। ਪ੍ਰਣਵਤ ਅਗਮਾ ਗੋਚਰ ਦੇਖ ਦਿਖਾਏ, ਨਾਨਕ ਤਾਕਾ ਦਾਸੋ। ਸੋ ਇਸ ਪ੍ਰਕਾਰ ਨਿਰਾਲਮ ਨਿਆਰਾ, ਸੰਸਾਰ ਤੋਂ ਉਹਦਾ ਵੱਖਰਾ ਹੀ ਜੀਵਨ ਹੈ, ਸੰਸਾਰੀਆਂ ਤੋਂ ਭਿੰਨ ਹੈ, ਅਤੇ ਨਿਰਲੇਪ ਰਹਿੰਦਾ ਸਾਰੇ ਸੰਸਾਰ ਵਿੱਚ। ਏਕਾ ਸੱਚ ਕਰਨੀ, ਇੱਕੋ ਇੱਕ ਪਰਮਾਤਮਾ ਦਾ ਸੱਚਾ ਨਾਮ ਜਪਣਾ, ਆਰਾਧਨਾ, ਵਾਹਿਗੁਰੂ ਦੀ ਭਗਤੀ ਕਰਨੀ, ਇਹ ਉਹਨਾਂ ਦੀ ਕਰਨੀ, ਉਸ ਗੁਰਮੁਖ ਦੀ ਕਰਨੀ ਹੈ। ਹੋਰ ਕਰਨੀਆਂ ਵੱਲ ਇਸ਼ਨਾਨ ਕਰਨਾ, ਤੀਰਥਾਂ 'ਤੇ ਦਾਨ ਕਰਨਾ, ਹੋਰ ਸਾਧਨ ਵਰਤ ਰੱਖਣੇ, ਧੂਣੀਆਂ ਤਾਉਣੀਆਂ, ਇਹ ਕਰਨੀ ਨਹੀਂ ਉਹ ਕਰਦਾ। ਪਰਮ ਪਦ ਪਾਇਆ ਸੇਵਾ ਗੁਰ ਚਰਣੀ। ਸਤਿਗੁਰੂ ਦੇ ਚਰਨਾਂ ਦੀ ਸੇਵਾ ਕਰਨੀ, ਸਤਿਗੁਰੂ ਦੇ ਚਰਨਾਂ ਦੀ ਟਹਿਲ ਕਮਾਉਣੀ, ਇਹ ਉਹਦੀ ਕਰਨੀ ਹੈ। ਅਤੇ ਉਹਨੇ ਪਰਮ ਪਦ ਜਿਹੜਾ ਨਾ, ਉੱਚਾ ਪਦ, ਉਤਕ੍ਰਿਸ਼ਟ ਪਦ, ਸਭ ਤੋਂ ਸ਼੍ਰੋਮਣੀ ਪਦ ਬ੍ਰਹਮ ਗਿਆਨ ਦਾ, ਇਹ ਉਸਨੇ ਪ੍ਰਾਪਤ ਕਰ ਲਿਆ ਹੈ। ਜਿਹੜਾ ਸਤਿਗੁਰਾਂ ਦੀ ਚਰਣੀ ਲੱਗ ਕੇ ਵਾਹਿਗੁਰੂ ਪਰਮਾਤਮਾ ਦੀ ਭਗਤੀ ਰੂਪ ਸੇਵਾ ਕਮਾਉਂਦਾ ਹੈ, ਉਸਨੇ ਪਰਮ ਪਦ ਪ੍ਰਾਪਤ ਕੀਤਾ ਹੈ। ਮਨ ਤੇ ਮਨ ਮਾਨਿਆ ਚੂਕੀ ਅਹੰ ਭ੍ਰਮਣੀ। ਇੱਕ ਮਨ ਨਾਮ ਸ਼੍ਰੋਮਣੀ ਦਾ, ਮਨ ਨਾਮ ਮੰਤਰ ਦਾ। ਮਨ ਸਾਡਾ ਮਨ, ਇਹ ਕਈ ਅਰਥ ਨੇ ਮਨ ਸ਼ਬਦ ਦੇ। ਮਨ ਨਾਮ ਮਣਕੇ ਦਾ ਵੀ ਹੈ। ਸਤਿਗੁਰੂ ਦੇ ਮੰਤਰ ਦੁਆਰਾ ਮਨ ਮੰਨ ਗਿਆ ਹੈ। ਇਸੇ ਤਰ੍ਹਾਂ ਜਿਵੇਂ ਬਚਨ ਹੈ, ਨਾਨਕ ਮਨ ਹੀ ਕੋ ਮਨ ਮਾਰਸੀ, ਜੇ ਸਤਿਗੁਰ ਭੇਟੈ ਸੋਏ। ਅਸ਼ੁੱਧ ਮਨ ਹੈ ਅਤੇ ਇੱਕ ਸ਼ੁੱਧ ਮਨ ਹੈ। ਸਤਿਗੁਰੂ ਦੀ ਸੇਵਾ ਭਗਤੀ ਸਿਮਰਨ ਕਰਕੇ ਅੰਦਰ ਸ਼ੁੱਧ ਮਨ ਜਾਗ ਪਿਆ। ਉਸ ਮਨ ਦੁਆਰਾ ਇਹ ਜਿਹੜਾ ਅਸ਼ੁੱਧ ਮਨ ਸੀ, ਇਹ ਵੀ ਮੰਨ ਗਿਆ। ਇਹਦੀ ਜਿਹੜੀ ਮੈਲ ਸੀ ਦੂਰ ਹੋ ਗਈ ਅਤੇ ਇਹ ਵੀ ਸ਼ੁੱਧ ਹੋ ਗਿਆ। ਮਨ ਮੰਨ ਗਿਆ ਪ੍ਰਮਾਤਮਾ ਦੇ ਸਿਮਰਨ ਵੱਲ, ਹੋਰ ਪਾਸੇ ਭਟਕਣੋਂ ਹਟ ਗਿਆ। ਚੂਕੀ ਅਹੰ ਭ੍ਰਮਣੀ, ਹੰਗਤਾ ਕਰਕੇ ਜਿਹੜੀ ਭਟਕਣਾ ਸੀ, ਹੰਗਤਾ ਅਤੇ ਭ੍ਰਮਣੀ ਭਟਕਣਾ, ਇਹ ਚੂਕੀ ਦੂਰ ਹੋ ਗਈ, ਦੋਵੇਂ ਮਿਟ ਗਈਆਂ। ਨਾ ਅਹੰ ਭਾਵ ਰਿਹਾ ਅੰਦਰ, ਨਾ ਭਟਕਣਾ ਰਹੀ ਅੰਦਰ। ਇਨ ਵਿਦ ਕੌਣ ਕੌਣ ਨਹੀਂ ਤਾਰਿਆ। ਇਸ ਵਿਧੀ ਨਾਲ ਪਰਮੇਸ਼ਰ ਨੇ, ਸਤਿਗੁਰੂ ਨੇ ਕੌਣ ਕੌਣ ਆ ਜਿਹੜਾ ਨਹੀਂ ਤਾਰਿਆ, ਜਿਹੜਾ ਇਸ ਵਿਧੀ ਅਨੁਸਾਰ ਚੱਲਿਆ, ਸਤਿਗੁਰੂ ਦੇ ਆਖੇ ਲੱਗਿਆ,
ਉਹ ਕੌਣ ਹੈ ਜਿਹੜਾ ਆਖੇ ਲੱਗਾ ਪਰ ਤਰਿਆ ਨਹੀਂ, ਐਸਾ ਨਹੀਂ ਹੋ ਸਕਦਾ। ਭਾਵ ਕਿਸ ਕਿਸ ਦੀ ਗੱਲ ਕਰੀਏ, ਜਿਵੇਂ ਅਜਾ ਮਲ ਗਜ ਗਨਕਾ ਪਤਤ ਕਰਮ ਕੀਨੇ, ਤੇਉ ਉਤਰ ਪਾਰ ਪਰੇ ਰਾਮ ਨਾਮ ਲੀਨੇ। ਜਿਵੇਂ ਬਚਨ ਵੀਰ ਬਾਲਮੀਕ ਸੁਪਚਾਰੋ ਤਰਿਓ ਬੱਧਕ ਤਰੇ ਵਿਚਾਰੇ, ਕੀਨੀ ਰੱਖਿਆ ਭਗਤ ਪ੍ਰਹਲਾਦੇ ਹਰਨਾਕਸ਼ ਨਖੈ ਬਿਦਾਰੇ, ਐਸੇ ਵਚਨ ਕੀਤੇ ਹਨ। ਹਰ ਜਸ ਸੰਤ ਭਗਤ ਨੇ ਸਤਾਰਿਆ, ਹਰੀ ਦੇ ਜਸ ਨੇ ਜਿਹੜੇ ਸੰਤ ਹੋਏ ਭਗਤ ਹੋਏ ਉਹਨਾਂ ਨੂੰ ਨਿਸਤਾਰਿਆ, ਨਿਸ ਪ੍ਰਪੰਚ ਤੋਂ ਤਾਰਿਆ ਹੈ। ਹਰ ਜਸ ਸੰਤ ਭਗਤ ਨੇ ਸਤਾਰਿਆ, ਹਰੀ ਦਾ ਜਸ ਕਰਾ ਕੇ ਸੰਤਾਂ ਭਗਤਾਂ ਨੇ ਨੇਕਾਂ ਸੰਸਾਰ ਤੋਂ ਤਾਰੇ ਹਨ। ਪ੍ਰਭ ਪਾਏ ਹਮ ਅਵਰ ਨਾ ਭਾਰਿਆ। ਹਜ਼ੂਰ ਕਹਿੰਦੇ ਭਾਈ ਅਸੀਂ ਤਾਂ ਪ੍ਰਭੂ ਪਰਮਾਤਮਾ ਨੂੰ ਪਾ ਲਿਆ, ਪ੍ਰਾਪਤ ਕਰ ਲਿਆ, ਤੇ ਅਸੀਂ ਹੋਰ ਕੋਈ ਭਾਲਿਆ ਹੀ ਨਹੀਂ ਹੈ। ਤੁਧ ਜੇਵੜ ਅਵਰ ਨਾ ਭਾਲਿਆ, ਤੂੰ ਦੀਪ ਲੋ ਪਾਇਆ ਲਿਆ। ਤੂੰ ਥਾਨ ਥਨੰਤਰ ਰਵ ਰਿਹਾ, ਨਾਨਕ ਭਗਤਾ ਸੱਚ ਆਧਾਰ ਜੀਓ। ਪ੍ਰਭ ਪਾਏ ਹਮ ਅਵਰ ਨਾ ਭਾਰਿਆ, ਪ੍ਰਭੂ ਪਰਮਾਤਮਾ ਨੂੰ ਅਸੀਂ ਪਾ ਲਿਆ, ਹੋਰ ਅਸੀਂ ਭਾਲਿਆ ਹੀ ਕੋਈ ਨਹੀਂ ਵਾਹਿਗੁਰੂ ਤੋਂ ਬਗੈਰ। ਤੇ ਇਸੇ ਤਰ੍ਹਾਂ ਹੋਰ ਸਾਨੂੰ ਭਾਰ ਹੀ ਕੋਈ ਨਹੀਂ ਹੁਣ ਰਹਿ ਗਿਆ, ਸਾਰੇ ਭਾਰ ਉਤਰ ਗਏ ਹਨ। ਸਾਚ ਮਹਿਲ ਗੁਰ ਅਲਖ ਲਖਾਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਅਲਖ ਨਾ ਲਿਖਿਆ ਜਾਣ ਵਾਲਾ, ਦ੍ਰਿਸ਼ਟੀ ਨਾ ਆਉਣ ਵਾਲਾ ਪਰਮਾਤਮਾ ਲਿਖਾਇਆ, ਬੇਅੰਤ ਕਰਕੇ ਜਣਾ ਦਿੱਤਾ। ਉਸ ਦੇ ਸੱਚੇ ਮਹਿਲ ਵਿੱਚ ਸਾਡਾ ਨਿਵਾਸ ਹੋ ਗਿਆ ਹੈ। ਨੇਚਲ ਮਹਿਲ ਨਹੀਂ ਛਾਇਆ ਮਾਇਆ। ਉਸ ਵਾਹਿਗੁਰੂ ਦਾ ਸਰੂਪ ਰੂਪੀ ਮਹੱਲ ਜਿਹੜਾ ਉਹ ਨੇਚਲ ਹੈ, ਅਚਲ ਹੈ, ਡੋਲਣ ਵਾਲਾ ਨਹੀਂ ਹੈ, ਸਦੀਵੀ ਰਹਿਣ ਵਾਲਾ ਹੈ। ਹੋਰ ਤਾਂ ਕਿਸੇ ਦਾ ਮਕਾਮ ਟਿਕਾਣਾ ਕੋਈ ਸਦੀਵੀ ਹੈ ਨਹੀਂ, ਪਰ ਪਰਮਾਤਮਾ ਦਾ ਟਿਕਾਣਾ ਅਚਲ ਹੈ। ਨਹੀਂ ਛਾਇਆ ਮਾਇਆ, ਨਾ ਮਾਇਆ ਹੈ ਨਾ ਮਾਇਆ ਦੀ ਛਾਇਆ ਪਰਛਾਵਾਂ ਹੈ। ਮਾਇਆ ਦੀ ਛਾਇਆ ਵਿਕਾਰ ਹਨ, ਲਬ ਲੋਭ ਆਦਿਕ ਹੈ। ਸੋ ਇਸ ਪ੍ਰਕਾਰ ਇਉਂ ਜਿਵੇਂ ਬਿਰਸ਼ ਹੁੰਦਾ, ਬਿਰਸ਼ ਦੀ ਅੱਗੇ ਛਾਂ ਹੁੰਦੀ ਹੈ, ਇਸੇ ਤਰ੍ਹਾਂ ਜਿਹੜੀ ਪਰਮਾਤਮਾ ਨੇ ਰਚਨਾ ਰਚੀ, ਪਹਿਲਾਂ ਮਾਇਆ ਰਚ ਕੇ ਫਿਰ ਸੰਸਾਰ ਰਚਿਆ। ਨਾ ਮਾਇਆ ਨਾ ਮਾਇਆ ਦੀ ਛਾਇਆ, ਜਗਤ ਦਾ ਪ੍ਰਭਾਵ ਇਹ ਨਹੀਂ ਰਹਿ ਗਿਆ। ਸਾਚ ਸੰਤੋਖੇ ਭਰਮ ਚੁਕਾਇਆ। ਜੋ ਸੱਚ ਸਰੂਪ ਹੈ ਵਾਹਿਗੁਰੂ ਅਕਾਲ ਪੁਰਖ, ਉਹਦੇ ਨਾਮ ਨਾਲ ਜੁੜ ਕੇ ਸੰਤੋਖੇ ਗਏ, ਯਾਨੀ ਸੰਤੋਖ ਆ ਗਿਆ, ਸੰਤੁਸ਼ਟਤਾ ਵਿੱਚ ਚਲੇ ਗਏ। ਆਏ ਹਰਖ ਨਾ ਗਏ ਸੋਗ, ਨਾ ਕਿਸੇ ਦੇ ਆਉਣ ਕਰਕੇ, ਪਦਾਰਥ ਦੇ ਆਉਣ ਕਰਕੇ ਖੁਸ਼ੀ, ਨਾ ਚਲੇ ਜਾਣ ਦਾ ਗਮ। ਸੋ ਭਰਮ ਚੁਕਾਇਆ, ਕਿਉਂਕਿ ਸੰਸਾਰ ਝੂਠਾ ਹੈ ਤੇ ਅਸੀਂ ਸੱਚਾ ਮੰਨਿਆ ਹੋਇਆ ਸੀ। ਪਹਿਲਾਂ ਇਹ ਭਰਮ ਸੀ, ਜਦੋਂ ਸਤਿਗੁਰੂ ਨੇ ਭਰਮ ਦੂਰ ਕਰ ਦਿੱਤਾ ਤੇ ਫਿਰ ਸੱਚ ਦੇ ਨਾਲ ਜੁੜ ਕੇ ਸੰਤੋਖ ਆਇਆ। ਸੰਤੋਖ ਆਇਆ ਮਨ ਪੂਰਾ ਪਾਏ, ਅਬ ਢੂੰਡਣ ਕਾਹੇ ਕਉ ਜਾਏ। ਮਨ ਦੇ ਅੰਦਰ ਪੂਰਾ ਪਰਮਾਤਮਾ ਦਾ ਗਿਆਨ ਪ੍ਰਾਪਤ ਕਰ ਲਿਆ, ਉੱਥੇ ਸੰਤੁਸ਼ਟਤਾ ਹੀ ਸੰਤੁਸ਼ਟਤਾ, ਸੰਤੋਖ ਹੀ ਸੰਤੋਖ ਹੈ। ਜਿਨ ਕੈ ਮਨ ਵਸਿਆ ਸੱਚ ਸੋਈ। ਜਿਨ੍ਹਾਂ ਦੇ ਮਨ ਅੰਦਰ ਉਹੀ ਪਰਮਾਤਮਾ ਜੋ ਸੱਚ ਸਰੂਪ ਹੈ, ਪਹਿਲਾਂ ਵੀ ਸੀ, ਹੁਣ ਵੀ, ਅੱਗੇ ਨੂੰ ਵੀ ਉਹੀ ਹੋਵੇਗਾ, ਉਹ ਮਨ 'ਚ ਵਸ ਗਿਆ ਹੈ। ਤਿਨ ਕੀ ਸੰਗਤ ਗੁਰਮੁਖ ਹੋਈ। ਸੋ ਇਸ ਪ੍ਰਕਾਰ ਉਹਨਾਂ ਦੀ ਸੰਗਤ ਵਿੱਚ ਵਸਣ ਵਾਲੇ ਵੀ ਗੁਰਮੁਖੀ ਬਣ ਜਾਂਦੇ ਨੇ। ਤਿਨ ਕੀ ਸੰਗਤ ਗੁਰਮੁਖ ਹੋਈ, ਉਹਨਾਂ ਦੀ ਸੰਗਤ 'ਚ ਆਉਣ ਵਾਲਾ ਗੁਰਮੁਖ ਬਣ ਜਾਂਦਾ। ਸੋ ਇਸ ਪ੍ਰਕਾਰ ਨਾਨਕ ਸਾਚ ਨਾਮ ਮਲ ਖੋਈ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਉਹ ਜੁੜਦੇ ਹਨ ਵਾਹਿਗੁਰੂ ਸੱਚੇ ਨਾਮ ਨਾਲ। ਸੱਚੇ ਨਾਮ ਨਾਲ ਜੁੜੇ ਰਹਿਆ, ਉਹਨਾਂ ਦੇ ਮਨ ਦੀ ਜਿਹੜੀ ਮੈਲ ਹੈ ਖੋਈ, ਨਾਸ ਹੋ ਜਾਂਦੀ। ਵਾਹਿਗੁਰੂ ਨਾਸ ਕਰ ਦਿੰਦਾ ਹੈ। ਮਨ 'ਚ ਮੈਲ ਨਾ ਰਹੀ, ਮਨ ਸ਼ੁੱਧ ਹੋ ਗਿਆ ਤੇ ਵਾਹਿਗੁਰੂ ਦਾ ਸਰੂਪ ਹੀ ਬਣ ਗਿਆ ਹੈ ਜੀ। ਪਰਮਾਤਮਾ 'ਚ ਹੀ ਭੇਦ ਹੋਇਆ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛਾ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਸੋ ਇਸ ਪ੍ਰਕਾਰ ਮੈਲ ਉਤਰ ਗਈ ਵਾਹਿਗੁਰੂ ਦੇ ਸੱਚੇ ਨਾਮ ਨਾਲ, ਤੇ ਫਿਰ ਵਾਹਿਗੁਰੂ ਵਿੱਚ ਹੀ ਅਭੇਦਤਾ ਹੋਈ। ਗੌੜੀ ਮਹੱਲਾ ਪਹਿਲਾ। ਗੌੜੀ ਰਾਗਣੀ ਦੇ ਅੰਦਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਅਗਲੀ ਅਸ਼ਟਪਦੀ ਉਚਾਰਨ ਕਰਦੇ ਨੇ। ਰਾਮ ਨਾਮ ਚਿਤ ਰਾਪੈ ਜਾ ਕਾ ਜਿਸ ਦਾ ਚਿੱਤ। ਵਾਹਿਗੁਰੂ ਰਾਮ ਜੋ ਰਮਿਆ ਵਿਆਪਕ ਸਰੂਪ ਹੈ ਪਰਮਾਤਮਾ, ਉਸ ਦੇ ਨਾਮ ਵਿੱਚ ਜਿਹਦਾ ਚਿੱਤ ਰਾਪੈ ਰੰਗਿਆ ਜਾਂਦਾ ਹੈ। ਮਨ ਰੰਗੋ ਵਡ ਭਾਗੀਓ, ਗੁਰ ਤੁੱਠਾ ਕਰੇ ਪਸਾਓ। ਹਜ਼ੂਰ ਨੇ ਕਿਹਾ ਬਾਹਰੀ ਗੇਰੂਏ ਰੰਗ ਦੇ ਕੱਪੜੇ ਰੰਗ ਕੇ ਪਾ ਲੈਂਦੇ ਲੋਕ, ਕੋਈ ਕਿਸ ਤਰ੍ਹਾਂ ਦਾ ਲਿਬਾਸ, ਕੋਈ ਕਿਸ ਤਰ੍ਹਾਂ ਦਾ, ਪਰ ਚਿੱਤ ਨਹੀਂ ਰੰਗਿਆ ਗਿਆ ਤੇ ਕਲਿਆਣ ਨਹੀਂ ਹੈ। ਕਲਿਆਣ ਤਾਂ ਮਨ ਦੇ ਰੰਗੇ ਜਾਣ ਨਾਲ, ਮਨ ਦੀ ਸ਼ੁੱਧਤਾ ਕਰਕੇ ਹੈ। ਜਿਸ ਦਾ ਮਨ ਰਾਮ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਜਾਂਦਾ ਹੈ,
ਉਪਜੰਪ ਦਰਸ਼ਨ ਕੀਜੈ ਤਾਕਾ। ਉਪਜੰਪ ਦਾ ਅਰਥ ਹੈ ਸਵੇਰ ਹੁੰਦਿਆਂ ਹੀ, ਰੋਜ਼ ਹੀ ਤੜਕੇ ਉੱਠ ਕੇ ਸਵਖਤੇ ਸਵੇਰੇ ਉੱਠ ਕੇ ਕਹਿੰਦੇ ਉਸ ਦਾ ਦਰਸ਼ਨ ਕਰਨਾ ਚਾਹੀਦਾ। ਆਮ ਕਹਾਵਤ ਹੈ ਕਿ ਮਾੜੇ ਬੰਦਿਆਂ ਦੇ ਮੱਥੇ ਲੱਗਣ ਨਾਲ ਕੰਮ ਵਿਗੜਦਾ ਹੈ, ਕਾਰਜ ਨਹੀਂ ਸਿੱਧ ਹੁੰਦੇ। ਸੋ ਇਹ ਤਾਂ ਵਹਿਮ ਭਰਮ ਹੈ, ਪਰ ਜਿਹੜਾ ਗੁਰਮੁਖ ਪਿਆਰਿਆਂ ਦੇ ਮਸਤਕ ਲੱਗਣਾ, ਮੱਥੇ ਲੱਗਣਾ, ਦਰਸ਼ਨ ਕਰਨਾ, ਇਹਦਾ ਬੜਾ ਲਾਭ ਹੈ। ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਨ ਦਾ ਬੜਾ ਲਾਭ ਹੈ। ਉਪਜੰਪ ਦਾ ਅਰਥ ਹੈ ਵੀ ਨਿਕਟ ਨੇੜੇ ਹੋ ਕੇ, ਉਪਜੰਪ ਬਿਲਕੁਲ ਨਜ਼ਦੀਕ ਹੋ ਗਏ, ਕਹਿੰਦੇ ਨੇੜੇ ਜਾ ਕੇ ਉਹਨਾਂ ਦਾ ਦਰਸ਼ਨ ਕਰਨਾ ਚਾਹੀਦਾ, ਕਿਉਂਕਿ ਦਰਸ਼ਨਾਂ ਦਾ ਹੀ ਬੜਾ ਲਾਭ ਹੁੰਦਾ। ਜੋ ਗੁਰਮੁਖ ਨਾਮ ਸਿਮਰਨ ਰੰਗ ਵਿੱਚ ਰੰਗਿਆ ਹੋਇਆ, ਭਾਵਨਾ ਸਹਿਤ ਦਰਸ਼ਨ ਕਰੀਏ ਤਾਂ ਬਹੁਤ ਭਾਰੀ ਲਾਭ ਮਿਲਦਾ। ਆਵੈ ਸਾਹਿਬ ਚਿਤ ਤੇਰਿਆ ਭਗਤਾਂ ਡਿਠਿਆ, ਮਨ ਕੀ ਕੱਟੀਐ ਮੈਲ ਸਾਧ ਸੰਗ ਉਠਿਆ। ਰਾਮ ਨਾ ਜਪੋ ਭਾਗ ਤੁਮਾਰਾ। ਸਾਨੂੰ ਸੰਸਾਰੀ ਜੀਆਂ ਨੂੰ ਸਤਿਗੁਰੂ ਝਿੜਕਦੇ ਪਏ ਨੇ, ਭਾਈ ਤੁਸੀਂ ਰਮੇ ਹੋਏ ਰਾਮ ਪਰਮਾਤਮਾ ਦਾ ਜੇ ਨਾਮ ਨਹੀਂ ਜਪਦੇ ਤੇ ਇਹ ਤੁਹਾਡੀ ਬਦਕਿਸਮਤੀ ਹੈ, ਮਾੜੀ ਕਿਸਮਤ ਦੀ ਨਿਸ਼ਾਨੀ ਹੈ, ਤੁਸੀਂ ਭਾਗਾਂ ਤੋਂ ਸਖਣੇ ਹੋ। ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ। ਹਮਾਰਾ ਤਮਾਮ ਅਸੀਂ ਜਿੰਨੇ ਜੀਵ ਹਾਂ, ਸਾਰਿਆਂ ਦਾ ਜੁਗਾਂ ਜੁਗਾਂ 'ਚ ਹਰ ਇੱਕ ਯੁੱਗ ਦੇ ਅੰਦਰ ਦਾਤਾ ਪ੍ਰਭੂ ਰਾਮ ਰਮਿਆ ਹੋਇਆ ਪਰਮਾਤਮਾ ਹੀ ਹੈ। ਰਹਾਓ ਗੁਰਮਤਿ ਰਾਮ ਜਪੈ ਜਨ ਪੂਰਾ। ਜਿਹੜਾ ਗੁਰੂ ਦੀ ਮੱਤ ਸਿੱਖਿਆ ਧਾਰਨ ਕਰਕੇ ਰਾਮ ਰਮੇ ਹੋਏ ਪਰਮਾਤਮਾ ਦਾ ਜਾਪ ਜਪਦਾ ਹੈ, ਉਹ ਜਨ ਪੂਰਾ ਹੋ ਜਾਂਦਾ, ਪੂਰਨ ਹੋ ਜਾਂਦਾ, ਯਾਨੀ ਕਿ ਔਗੁਣਾ ਪਾਪਾਂ ਤੋਂ ਰਹਿਤ ਹੋ ਜਾਂਦਾ, ਪੂਰਨ ਗੁਣਵਾਨ ਹੋ ਜਾਂਦਾ ਹੈ। ਤਿਤ ਘਟ ਅਨਹਤ ਬਾਜੇ ਤੂਰਾ। ਜਿਹੜਾ ਪੂਰਾ ਜਨ ਬਣ ਜਾਂਦਾ ਨਾ, ਪਰਮੇਸ਼ਰ ਦਾ ਸੇਵਕ, ਉਹਦੇ ਘਟ ਹਿਰਦੇ ਦੇ ਅੰਦਰ ਅਨਹਤ, ਫਲਾਣੇ ਨੇ ਆਹਤ ਪਹੁੰਚਾਈ, ਚੋਟ, ਆਹਤ ਨਾਮ ਚੋਟ ਦਾ, ਅਨਹਤ, ਅਨਾਹਤ, ਅਨਹਦ, ਅਨਾਹਦ ਆਦਿਕ ਸ਼ਬਦਾਂ ਦਾ ਅਰਥ ਹੈ ਚੋਟ ਤੋਂ ਬਗੈਰ ਹੀ ਜਿਹੜੇ ਵਾਜੇ ਵੱਜਣ। 5 ਪ੍ਰਕਾਰ ਦੇ ਵਾਜੇ ਹਨ ਜਿਹੜੇ ਕਿਸੇ ਯਤਨ ਨਾਲ ਵਜਾਏ ਜਾਂਦੇ ਨੇ। ਤਦ ਤੰਤੀ ਬ੍ਰਤ ਚਰਮ ਕਾ ਘਨ ਕਾਂਸੀ ਕੋ ਜਾਨ, ਨਾਦ ਸ਼ਬਦ ਘਟ ਕੋ ਕਹਿਤ ਸਵਾਸ ਸੁਹਰ ਪਹਿਚਾਨ। ਕੋਈ ਸਾਹਾਂ ਨਾਲ, ਕੁਝ ਤਾਰਾਂ ਨਾਲ, ਹੱਥਾਂ ਨਾਲ, ਅਤੇ ਕੁਝ ਤਫਿਆਂ ਨਾਲ। ਇਸ ਤਰ੍ਹਾਂ ਦੇ 5 ਪ੍ਰਕਾਰ ਦੇ ਇਹ ਵਾਜੇ ਹਨ, ਪਰ ਜਿਹੜੇ ਨਿਰਯਤਨ ਆਪਣੇ ਆਪ ਹੀ ਵੱਜਣ ਉਹਨੂੰ ਕਹਿੰਦੇ ਅਨਹਤ ਨਾਦ। ਸੋ ਤਿਤ ਘਟ ਅਨਹਤ ਬਾਜੇ ਤੂਰਾ। ਤੂਰਾ ਇੱਕ ਕਿਸਮ ਹੈ ਵਾਜੇ ਦੀ। ਸੋ ਇਸ ਪ੍ਰਕਾਰ ਤੂਰਮ ਕਿਸਮ ਦੇ ਵਾਜੇ, ਤੂਰਾ ਨਾਮ ਵਾਜੇ ਦਾ ਵੀ ਹੈ, ਬਾਜੇ ਵੱਜਣ ਦਾ ਨਾਮ। ਉਸ ਘਟ ਹਿਰਦੇ ਦੇ ਅੰਦਰ ਨਿਰਯਤਨ, ਚੋਟ ਤੋਂ ਬਗੈਰ, ਕੁਛ ਕਰਮ ਤੋਂ ਬਗੈਰ, ਇੱਕ ਰਸ ਲਗਾਤਾਰ ਜੋ ਪਰਮੇਸ਼ਰ ਦੇ ਨਾਮ ਦਾ ਵਾਜਾ ਹੈ, ਸ਼ਬਦ ਦਾ ਵਾਜਾ ਹੈ। ਪੰਚੇ ਸ਼ਬਦ ਵਜੇ ਮਤ ਗੁਰਮਤਿ ਵਡਭਾਗੀ ਅਨਹਦ ਵਜਿਆ। ਉਹ ਵਾਜੇ ਉਹਦੇ ਹਿਰਦੇ ਅੰਦਰ ਵੱਜਣ ਲੱਗ ਪੈਂਦੇ ਨੇ। ਪਰਮਾਤਮਾ ਦੇ ਸਿਮਰਨ ਦੀ ਗੱਲ ਹੈ ਇੱਥੇ ਵੀ। ਉਹ ਦਿਨ ਰਾਤ ਹੁੰਦਾ ਅਤੇ ਨਿਰਯਤਨ ਹੀ ਉਹਨੂੰ ਪਰਮਾਤਮਾ ਦਾ ਜਸ ਸੁਣਾਈ ਦਿੰਦਾ। ਜੋ ਜਨ ਰਾਮ ਭਗਤ ਹਰ ਪਿਆਰ। ਜਿਹੜਾ ਜਨ ਰਾਮ ਰਮੇ ਹੋਏ ਪਰਮਾਤਮਾ, ਹਰੀ ਦੁੱਖਾਂ ਦੇ ਹਾਰਕ ਪਰਮਾਤਮਾ ਦੀ ਭਗਤੀ ਕਰਦਾ ਔਰ ਹਰੀ ਨਾਲ ਪਿਆਰ ਕਰਦਾ ਹੈ। ਜਿਹੜੇ ਇਸ ਤਰ੍ਹਾਂ ਦੇ ਜਨ ਹਨ, ਰਾਮ ਦੀ ਭਗਤੀ ਕਰਨ ਵਾਲੇ, ਹਰੀ ਨਾਲ ਪਿਆਰ ਕਰਨ ਵਾਲੇ, ਸੇ ਪ੍ਰਭ ਰਾਖੇ ਕਿਰਪਾ ਧਾਰ। ਸੇ ਉਹ ਪ੍ਰਭੂ ਪਰਮਾਤਮਾ ਨੇ ਰੱਖ ਲਏ, ਬਚਾ ਲਏ, ਆਪਣੀ ਕਿਰਪਾ ਧਾਰ ਕੇ, ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਉਹਨਾਂ ਨੂੰ ਬਚਾ ਲਿਆ, ਜਮਾਂ ਦੀਆਂ ਚੋਟਾਂ ਖਾਣ ਤੋਂ ਬਚਾ ਲਿਆ, ਵਿਕਾਰਾਂ ਦੀਆਂ ਘੁੰਮਣ ਘੇਰੀਆਂ ਵਿੱਚ ਡੁੱਬਣ ਤੋਂ ਬਚਾ ਲਿਆ। ਜਿਨ ਕਾ ਹਿਰਦਾ ਹਰ ਹਰ ਸੋਈ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਉਹੀ ਪਰਮਾਤਮਾ ਜੋ ਦੁੱਖਾਂ ਦਾ ਹਾਰਕ ਹੈ, ਸ਼ੁਭ ਗੁਣਾਂ ਦੀ ਹਰਿਆਵਲਤਾ ਦੇਣ ਵਾਲਾ, ਉਸ ਹਰੀ ਦਾ ਹਰ ਹਰ ਨਾਮ, ਵਾਹਿਗੁਰੂ ਵਾਹਿਗੁਰੂ ਨਾਮ ਹੈ ਜਿਨ੍ਹਾਂ ਦੇ ਹਿਰਦੇ ਅੰਦਰ, ਤਿਨ ਕਾ ਦਰਸ ਪਰਸ ਸੁਖ ਹੋਈ। ਉਹਨਾਂ ਦਾ ਦਰਸ਼ਨ ਪਰਸ ਕੇ, ਦਰਸ਼ਨ ਕਰਕੇ, ਪਰਸ ਵੈਸੇ ਛੂਹਣ ਦਾ ਨਾਮ ਹੈ, ਅੱਖਾਂ ਨੂੰ ਛੂਹ ਜੇ ਦਰਸ਼ਨ ਜਿਨ੍ਹਾਂ ਦਾ, ਉਹਨਾਂ ਦਾ ਦਰਸ਼ਨ ਪਰਸ ਕੇ ਪ੍ਰਾਪਤ ਕਰਕੇ ਸੁਖ ਹੋਈ। ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ ਭਾਈ, ਸਦਾ ਦਾ ਸੁਖ ਪ੍ਰਾਪਤ ਹੋ ਜਾਏਗਾ। ਸਰਬ ਜੀਆ ਮਹਿ ਏਕੋ ਰਵੈ। ਵਾਹਿਗੁਰੂ ਪਰਮਾਤਮਾ ਸਾਰਿਆਂ ਜੀਆਂ 'ਚ ਇੱਕੋ ਇੱਕ ਉਹੀ ਵਾਹਿਗੁਰੂ ਰਵੈ ਮੈਨੇ ਵਿਚਰ ਰਿਹਾ ਹੈ, ਵਿਆਪਕ ਹੋ ਰਿਹਾ ਹੈ, ਉਹੀ ਬੋਲਦਾ ਪਿਆ। ਰਵੈ ਮੈਨੇ ਉਚਾਰਨ ਦਾ ਨਾਮ ਹੈ। ਇੱਕੋ ਪਰਮਾਤਮਾ ਹੀ ਬਚਨ ਬੋਲਦਾ ਪਿਆ ਹੈ। ਮਨਮੁਖ ਅਹੰਕਾਰੀ ਫਿਰ ਜੂਨੀ ਪਵੈ।
ਪਰ ਜੋ ਮਨ ਦੇ ਪਿੱਛੇ ਲੱਗਣ ਵਾਲਾ ਤੇ ਹੰਕਾਰ ਦੇ ਸਹਿਤ ਵਿਅਕਤੀ ਹੈ, ਗੁਰਾਂ ਦੀ ਸ਼ਰਨ ਨਹੀਂ ਗ੍ਰਹਿਣ ਕਰਦਾ, ਗੁਰਾਂ ਦੇ ਆਖੇ ਨਹੀਂ ਲੱਗਦਾ, ਆਪਣੇ ਮਨ ਦੀ ਮਰਜ਼ੀ ਕਹਿੰਦਾ ਕਰਨੀ ਹੈ, ਉਹ ਫਿਰ ਦੁਬਾਰਾ ਟੇਢੀਆਂ ਮੇਢੀਆਂ ਜੂਨਾਂ 'ਚ ਪੈ ਕੇ ਪਾਉਂਦਾ ਰਹਿੰਦਾ। ਜਿਵੇਂ ਮੂਲਾ ਖੱਤਰੀ ਸਤਿਗੁਰੂ ਨਾਨਕ ਦੇਵ ਤੋਂ ਬੇਮੁਖ ਹੋ ਗਿਆ ਸੀ ਤੇ ਜੂਨਾਂ 'ਚ ਪੈ ਗਿਆ, ਫਿਰ 10ਵੇਂ ਜਾਮੇ 'ਚ ਸਹਿ ਦੀ ਜੂਨ 'ਚ ਪੈ ਦੀ ਕਲਿਆਣ ਕੀਤੀ। ਇਸ ਪ੍ਰਕਾਰ ਜਿਹੜਾ ਮਨ ਦੇ ਪਿੱਛੇ ਲੱਗਣ ਵਾਲਾ ਤੇ ਹੰਕਾਰ ਦੇ ਸਹਿਤ ਹੈ, ਉਹੀ ਫਿਰ ਜੂਨਾਂ 'ਚ ਪੈ ਕੇ ਪਾਉਂਦਾ ਹੈ। ਸੋ ਬੂਝੈ ਜੋ ਸਤਿਗੁਰ ਪਾਏ, ਉਹੀ ਬੁੱਝਦਾ ਸਮਝਦਾ ਹੈ ਜਿਹੜਾ ਸਤਿਗੁਰੂ ਨੂੰ ਪ੍ਰਾਪਤ ਕਰ ਲੈਂਦਾ। ਜਿਹਨੂੰ ਪੂਰੇ ਸਤਿਗੁਰੂ ਮਿਲ ਪੈਂਦੇ ਹਨ, ਉਹ ਬੁੱਝਦਾ ਹੈ, ਸਮਝਦਾ ਹੈ। ਹਉਮੈ ਮਾਰੇ ਗੁਰ ਸਬਦੇ ਪਾਏ, ਉਹ ਫਿਰ ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਹਿਰਦੇ ਅੰਦਰੋਂ ਹਉਮੈ ਨੂੰ ਮਾਰ ਕੇ ਪਰਮੇਸ਼ਰ ਅਕਾਲ ਪੁਰਖ ਦੀ ਪ੍ਰਾਪਤੀ ਕਰ ਲੈਂਦਾ ਹੈ। ਗੁਰੂ ਦੇ ਸ਼ਬਦ ਨਾਲ ਜੁੜਿਆ ਹੋਇਆ ਹਉਮੈ ਨੂੰ ਮਾਰ ਲੈਂਦਾ ਹੈ, ਸ਼ਬਦ ਦੁਆਰਾ ਹੀ ਵਾਹਿਗੁਰੂ ਨੂੰ ਪਾ ਲੈਂਦਾ। ਅਰਧ ਉਰਧ ਕੀ ਸੰਧ ਕਿਉ ਜਾਣੈ, ਅਰਧ ਅਧੋ ਨੀਚਾ ਤੇ ਉਰਧ ਉੱਚਾ। ਅਰਧ ਇਹ ਜੀਵਾਤਮਾ ਹੈ ਤੇ ਉਰਧ ਉੱਚਾ ਹੈ ਪਰਮਾਤਮਾ ਜਾਂ ਈਸ਼ਵਰ। ਸੋ ਇਹ ਦੋਵਾਂ ਦੀ ਜਿਹੜੀ ਸੰਧ ਮਿਲਣੀ ਹੈ, ਇਹ ਅਵਸਥਾ ਜੀਵਾਤਮਾ ਦੀ ਪਰਮਾਤਮਾ ਵਿੱਚ ਅਭੇਦਤਾ, ਸੰਧ ਮਿਲਾਪ, ਇਹ ਕਿਵੇਂ ਜਾਣ ਸਕਦਾ ਮਨੁੱਖ? ਪ੍ਰਸ਼ਨਵਾਚਕ ਬਚਨ ਹੈ। ਅਰਧ ਉਰਧ ਕੀ ਸੰਧ ਕਿਉ ਜਾਣੈ, ਸੰਧੀ ਮਿਲਾਪ। ਸੋ ਇਸ ਪ੍ਰਕਾਰ ਜਿਹੜਾ ਜੀਵਾਤਮਾ ਇਹਦੇ ਵਿੱਚ ਅਲਪਗਤਾ ਹੈ ਤੇ ਜੋ ਈਸ਼ਵਰ ਹੈ ਪਰਮੇਸ਼ਰ, ਉਹਦੇ 'ਚ ਸਰਬਗਤਾ ਹੈ। ਸਰੂਪ ਤਾਂ ਦੋਵਾਂ ਦਾ ਇੱਕੋ ਹੀ ਹੈ, ਪਰ ਇਹਨਾਂ ਦੀ ਸੰਧੀ ਕਿਵੇਂ ਕਰਾਈਏ? ਮਿਲਾਪ ਹਜ਼ੂਰ ਕਹਿੰਦੇ ਕਿਸ ਤਰ੍ਹਾਂ ਕਰਨਾ ਜਾਣ ਸਕਦਾ ਜੀ? ਤੇ ਹੁਣ ਜਵਾਬ ਦਿੰਦੇ ਨੇ, ਗੁਰਮੁਖ ਸੰਧ ਮਿਲੈ ਮਨ ਮਨ। ਜਿਹੜਾ ਗੁਰਾਂ ਦੇ ਅਨੁਸਾਰੀ ਹੋ ਜਾਏ, ਜਿਹਦਾ ਮਨ ਮੰਨ ਜੇ ਸਤਿਗੁਰੂ ਦੇ ਉਪਦੇਸ਼ ਦੁਆਰਾ, ਸੋ ਉਹ ਸੰਧੀ ਦੇ ਵਿੱਚ ਮਿਲਦਾ ਹੈ। ਉਹਦੀ ਜੀਵਾਤਮਾ ਪਰਮਾਤਮਾ ਦੇ ਨਾਲ ਸੰਧ ਕਰ ਲੈਂਦੀ, ਮਿਲਾਪ ਕਰ ਲੈਂਦੀ। ਸੋ ਇਸ ਪ੍ਰਕਾਰ ਗੁਰਮੁਖ ਸੰਧ ਮਿਲੈ ਮਨ ਮਨ, ਜਿਹੜਾ ਗੁਰਾਂ ਦੇ ਨਾਲ ਸੰਧੀ ਮਿਲਾਪ ਹਾਸਲ ਕਰਦਾ ਹੈ ਤੇ ਮਨ ਮੰਨ ਜਾਂਦਾ, ਉਹ ਪਰਮੇਸ਼ਰ ਵਿੱਚ ਵੀ ਮਿਲ ਜਾਂਦਾ ਹੈ। ਹਮ ਪਾਪੀ ਨਿਰਗੁਣ ਕਉ ਗੁਣ ਕਰੀਐ, ਵਾਹਿਗੁਰੂ ਦੇ ਚਰਨਾਂ 'ਚ ਹਜ਼ੂਰ ਕਹਿੰਦੇ ਬੇਨਤੀ ਕਰੀਏ ਕਿ ਹੇ ਵਾਹਿਗੁਰੂ ਜੀ, ਅਸੀਂ ਤਮਾਮ ਜੀਵ ਪਾਪੀ ਹਾਂ ਤੇ ਗੁਣਾਂ ਤੋਂ ਸਖਣੇ ਹਾਂ। ਸਾਡੇ ਉੱਪਰ ਤੁਸੀਂ ਗੁਣ ਉਪਕਾਰ ਕਰੋ ਸੱਚੇ ਪਾਤਸ਼ਾਹ ਜੀ। ਪ੍ਰਭ ਹੋਏ ਦਇਆਲ ਨਾਨਕ ਜਨ ਤਰੀਐ, ਕੀ ਗੁਣ ਉਪਕਾਰ ਚਾਹੀਦਾ? ਤਾਂ ਹਜ਼ੂਰ ਕਹਿੰਦੇ ਨੇ ਪ੍ਰਭੂ ਪਰਮਾਤਮਾ ਦੇ ਅੱਗੇ ਜੇ ਬੇਨਤੀ ਕਰੀਏ, ਬੇਨਤੀ ਪ੍ਰਵਾਨ ਕਰ ਲੈਣ ਵਾਹਿਗੁਰੂ ਜੀ, ਤਾਂ ਪ੍ਰਭੂ ਜੀ ਜੇ ਦਇਆਲੂ ਹੋ ਜਾਣ, ਦਇਆ ਦੇ ਘਰ 'ਚ ਆ ਜਾਣ, ਤਾਂ ਫਿਰ ਜਨੋ ਸੇਵਕੋ ਫਿਰ ਤਰ ਜਾਈਦਾ ਹੈ। ਰੱਬ ਦੇ ਜਨ ਭਗਤੋ, ਫਿਰ ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕਦਾ ਜੇ ਵਾਹਿਗੁਰੂ ਦਿਆਲੂ ਕਿਰਪਾਲੂ ਹੋਣ ਤਾਂ। 16 ਅਸ਼ਟਪਦੀਆ ਗੁਆਰੇਰੀ ਗੌੜੀ ਕੀਆਂ, ਜਿਹੜੀ ਗੁਆਰੇਰੀ ਬੰਦਗੀ ਹੈ ਨਾ ਗੌੜੀ ਰਾਗਣੀ ਦੀ, ਇਹਦੇ ਅੰਦਰ 16 ਅਸ਼ਟਪਦੀਆਂ ਸਤਿਗੁਰੂ ਨਾਨਕ ਦੇਵ ਜੀ ਦੀਆਂ ਹੋਈਆਂ ਹਨ ਹੁਣ ਤੱਕ। ਅੱਗੇ ਹੈ ਗੌੜੀ ਬੈਰਾਗਣ, ਮਹੱਲਾ ਪਹਿਲਾ। ਗੌੜੀ ਰਾਗਣੀ ਦੀ ਵੰਨਗੀ ਹੈ ਬੈਰਾਗਣ, ਕਿਸਮ ਹੈ। ਇਸ ਦੇ ਅੰਦਰ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਬਚਨ ਫਰਮਾਉਂਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਸਰੂਪ ਪਰਮਾਤਮਾ, ਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ, ਇੱਕੋ ਇੱਕ ਵਾਹਿਦ ਹਸਤੀ ਓੰਕਾਰ ਸਭਨਾਂ ਦਾ ਪ੍ਰਕਾਸ਼ਕ, ਸਤ ਚੇਤਨ ਆਨੰਦ ਸਰੂਪ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲਦਾ ਹੈ। ਸੋ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ ਹਜ਼ੂਰ ਕਿ ਜਿਉ ਗਾਈ ਕਉ ਗੋਇਲੀ ਰਾਖੈ ਕਰ ਸਾਰਾ। ਹੇ ਵਾਹਿਗੁਰੂ ਜੀ, ਜਿਸ ਤਰ੍ਹਾਂ ਗਾਈਆਂ ਦੇ ਤਾਈਂ ਜਾਂ ਗਾਈ ਦੇ ਤਾਈਂ, ਗਊ ਦੇ ਤਾਈਂ ਗੋਇਲੀ ਗਵਾਲਾ ਚਰਵਾਹਾ, ਜਿਵੇਂ ਉਹ ਰੱਖਿਆ ਕਰਦਾ, ਸੰਭਾਲ ਕੇ ਰੱਖਦਾ ਹੈ, ਚੰਗਾ ਹਰਾ ਹਰਾ ਘਾਹ ਚਰਾਉਂਦਾ ਹੈ ਔਰ ਗਰਮੀ ਤੋਂ ਛਾਂ ਥੱਲੇ ਲੈ ਜਾਂਦਾ ਹੈ, ਪਿਆਸ ਲੱਗੇ ਉਹਨੂੰ ਪਾਣੀ ਛਕਾਉਂਦਾ, ਖਵਾਉਂਦਾ, ਪਿਆਉਂਦਾ, ਔਰ ਉਹ ਭੁੱਖੀਆਂ ਹੁਣ ਗਾਈਆਂ ਤੇ ਜਿਵੇਂ ਹਰੇ ਹਰੇ ਘਾਹ ਦੇ ਉੱਤੇ ਜਾ ਕੇ ਛੱਡਦਾ। ਸੋ ਇਸ ਪ੍ਰਕਾਰ ਜਿਵੇਂ ਉਹ ਰੱਖਿਆ ਕਰਦਾ। ਪੁਰਾਣੇ ਸਮਿਆਂ 'ਚ ਗਵਾਲੇ, ਗਊਆਂ ਮੱਝਾਂ ਨੂੰ ਚਾਰਨ ਵਾਲੇ ਹੁੰਦੇ ਸਨ, ਗੁਜਰਾਤਕ ਗਵਾਲੇ ਕਿਹਾ ਜਾਂਦਾ ਸੀ। ਉਹ ਜਦੋਂ ਹਰੇ ਹਰੇ ਘਾਹ ਹੁੰਦੇ ਸਨ ਖੇਤਾਂ 'ਚ ਤੇ ਬਰਸਾਤ ਦੇ ਦਿਨਾਂ 'ਚ ਉਹ ਆਉਂਦੇ ਸਨ ਤੇ ਉਹ ਲੈ ਜਾਂਦੇ ਸੀ ਲੋਕਾਂ ਦੀਆਂ ਮੱਝਾਂ ਗਾਵਾਂ ਨੂੰ ਚਰਾਉਣ ਵਾਸਤੇ ਤੇ ਆਪਣਾ ਰੋਜ਼ੀਨਾ ਪ੍ਰਾਪਤ ਕਰਦੇ ਸਨ। ਇਸੇ ਪ੍ਰਕਾਰ ਆਪਣੀਆਂ ਰੱਖੀਆਂ ਹੁਣ ਗਊਆਂ ਮੱਝਾਂ ਤੇ ਉਹਨਾਂ ਨੂੰ ਵੀ ਚਰਾਉਣ ਜਾਈਦਾ ਤੇ ਚਰਵਾਹੀ ਬਣ ਜਾਈਦਾ। ਸੋ ਇਸ ਪ੍ਰਕਾਰ ਬਾਰੇ ਕਹਿੰਦੇ ਜਿਵੇਂ ਗਾਈਆਂ ਨੂੰ ਜਾਂ ਗਾਈ ਨੂੰ, ਗਊ ਨੂੰ ਗੋਇਲੀ ਗਵਾਲਾ ਜਿਹੜਾ ਹੈ ਚਰਵਾਹਾ, ਉਹ ਜਿਵੇਂ ਰੱਖਿਆ ਕਰਦਾ,
ਰਾਖੈ ਕਰ ਸਾਰਾ। ਇਸੇ ਤਰ੍ਹਾਂ ਹੈ ਵਾਹਿਗੁਰੂ ਜੀ, ਤੁਸੀਂ ਹੀ ਸਾਰ ਖਬਰ ਲੈਂਦੇ ਹੋਏ, ਸਾਰ ਸੰਭਾਲ ਕਰਦੇ ਹੋਏ ਸੱਚੇ ਪਾਤਸ਼ਾਹ ਸਾਰਿਆਂ ਦੀ ਰੱਖਿਆ ਤੁਸੀਂ ਕਰ ਰਹੇ ਹੋ। ਅਹਨਿਸ ਪਾਲਹਿ ਰਾਖ ਲੇਹ ਆਤਮ ਸੁਖ ਧਾਰਾ। ਅਹਨਿਸ ਦਿਨੇ ਤੇ ਰਾਤ ਨੂੰ ਤੁਸੀਂ ਪ੍ਰਤਪਾਲਾ ਕਰ ਰਹੇ ਹੋ, ਪਾਲਦੇ ਹੋ, ਤੇ ਤੁਸੀਂ ਹੀ ਰਾਖ ਲੇਹ ਸੱਚੇ ਪਾਤਸ਼ਾਹ ਸਾਡੀ ਰੱਖਿਆ ਕਰੋ, ਰੱਖਿਆ ਕਰਦੇ ਹੋ, ਰੱਖ ਲੈਂਦੇ ਹੋ, ਬਚਾ ਲੈਂਦੇ ਹੋ। ਆਤਮ ਸੁਖ ਧਾਰਾ, ਤਾਂ ਸਾਡੇ ਆਤਮ ਆਪਣੇ ਆਪ ਨੂੰ ਸੁਖ ਜਿਹੜਾ ਹੈ ਉਹ ਧਾਰਨ ਹੁੰਦਾ ਹੈ। ਸੋ ਸੱਚੇ ਪਾਤਸ਼ਾਹ ਤੂੰ ਸੁਖ ਦਿੰਦਾ ਹੈ, ਸਾਡੀ ਆਤਮਾ ਨੂੰ ਤੂੰ ਹੀ ਸੁਖ ਬਖਸ਼ਦਾ ਹੈ। ਇਹ ਤੁਤ ਰੱਖੋ ਦੀਨ ਦਇਆਲ। ਸੱਚੇ ਪਾਤਸ਼ਾਹ ਕੇਵਲ ਇਸ ਦੁਨੀਆ ਵਿੱਚ ਹੀ ਨਹੀਂ, ਇਤ ਇੱਥੇ ਤੇ ਉੱਥੇ, ਉਤ ਉੱਥੇ ਪ੍ਰਲੋਕ ਵਿੱਚ। ਸੋ ਸੱਚੇ ਪਾਤਸ਼ਾਹ ਹੈ ਦੀਨ ਦਇਆਲ ਜੀ, ਦੀਨਾਂ ਗਰੀਬਾਂ ਆਜਿਜ਼ ਨਿਮਾਣਿਆਂ ਸ਼ਰਨ ਪੈਣ ਵਾਲਿਆਂ ਤੇ ਤੁਸੀਂ ਦਿਆਲੂ ਹੁੰਦੇ ਹੋ ਨਾ, ਤੇ ਉਹਨਾਂ ਨੂੰ ਤੁਸੀਂ ਇੱਥੇ ਉੱਥੇ ਸਭ ਥਾਂ ਰੱਖ ਲੈਂਦੇ ਹੋ। ਸੱਚੇ ਪਾਤਸ਼ਾਹ ਰੱਖਿਆ ਕਰਦੇ ਹੋ। ਤਉ ਸਰਨਾਗਤ ਨਦਰ ਨਿਹਾਲਾ, ਤੇਰੀ ਸ਼ਰਨ ਵਿੱਚ ਜਿਹੜੇ ਪ੍ਰਾਪਤ ਹੁੰਦੇ ਨੇ, ਸ਼ਰਨ ਨੂੰ ਗਤ ਪ੍ਰਾਪਤ ਹੁੰਦੇ ਨੇ, ਉਹਨਾਂ ਉੱਪਰ ਆਪਣੀ ਮਿਹਰ ਦੀ ਨਜ਼ਰ ਪਾ ਕੇ ਨਿਹਾਲਾ ਵੇਖਦੇ ਹੋ, ਤੇ ਨਦਰ ਦੁਆਰਾ ਉਹਨਾਂ ਨੂੰ ਨਿਹਾਲਾ ਨਿਹਾਲ ਕਰ ਦਿੰਦੇ ਹੋ। ਹਾਲ ਫਾਰਸੀ 'ਚ ਦੁੱਖ ਦਾ ਨਾਮ ਹੈ, ਨਿਹਾਲਾ ਦਾ ਅਰਥ ਹੈ ਦੁੱਖ ਤੋਂ ਰਹਿਤ ਕਰ ਦਿੰਦੇ ਹੋ, ਨਿਹਾਲ ਅਵਸਥਾ 'ਚ ਪਹੁੰਚਾ ਦਿੰਦੇ ਹੋ। ਰਹਾਓ ਜਹ ਦੇਖੋ ਤੈ ਰਬ ਰਹੇ ਰੱਖ ਰਾਖਨ ਹਾਰਾ। ਮੈਂ ਜਿੱਧਰ ਵੀ ਵੇਖਦਾ ਸੱਚੇ ਪਾਤਸ਼ਾਹ ਉੱਥੇ ਹੀ ਤੁਸੀਂ ਅਭੇਦ ਹੋ ਰਹੇ ਹੋ, ਵਸ ਰਹੇ ਹੋ। ਹੇ ਰੱਖਣਹਾਰ ਪਰਮਾਤਮਾ ਜੀ, ਸਾਡੀ ਰੱਖਿਆ ਤੁਸੀਂ ਕਰੋ। ਤੂੰ ਦਾਤਾ ਭੁਗਤਾ ਤੂੰ ਹੈ, ਤੂੰ ਪ੍ਰਾਣ ਆਧਾਰਾ। ਇਹ ਸੱਚੇ ਪਾਤਸ਼ਾਹ ਜੀ, ਤੁਸੀਂ ਦਾਤੇ ਹੋ ਸਾਰੇ ਪਦਾਰਥਾਂ ਦੇ, ਜੀਵਨ ਦੇ ਅਨੇਕਾਂ ਦਾਤਾਂ ਨਾਲ ਸਾਨੂੰ ਨਿਵਾਜਣ ਵਾਲੇ। ਤੇ ਫਿਰ ਸੱਚੇ ਪਾਤਸ਼ਾਹ ਸਾਰਿਆਂ ਜੀਆਂ 'ਚ ਤੁਹਾਡੀ ਜੋਤ ਹੋਣ ਕਰਕੇ ਭੁਗਤਾ ਭੋਗਣ ਵਾਲੇ ਵੀ ਤੁਸੀਂ ਹੋ, ਇਹਨਾਂ ਦਾਤਾਂ ਨੂੰ ਭੋਗਣ ਵਾਲੇ ਵੀ ਤੁਸੀਂ ਹੋ, ਤੇ ਤੂੰ ਪ੍ਰਾਣ ਆਧਾਰਾ। ਤੁਹਾਡੀ ਜੋਤ ਆ ਸਾਡੇ ਅੰਦਰ, ਤੁਸੀਂ ਸਾਡੇ ਸਵਾਸਾਂ ਦੇ ਆਸਰਾ ਬਣੇ ਹੋਏ ਹੋ। ਜਬ ਆਪਣੀ ਜੋਤ ਖਿੰਚਹਿ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਉਦੋਂ ਕੋਈ ਵਿਖਿਆਨ ਕਰਕੇ ਵਿਖਾਵੇ ਜਦੋਂ ਤੁਸੀਂ ਆਪਣੀ ਜੋਤ ਖਿੱਚ ਲੈਂਦੇ ਹੋ। ਪ੍ਰਾਣ ਹਵਾ ਤਾਂ ਸਭ ਪਾਸੇ ਚੱਲ ਹੀ ਰਹੀ ਹੈ, ਪਰ ਇਹ ਤੁਹਾਡੀ ਕਲਾ ਹੈ ਜਿਸ ਕਰਕੇ ਸਾਡੇ ਸਵਾਸ ਚੱਲਦੇ ਤੇ ਜੀਵਨ ਚੱਲਦਾ ਫਿਰਦਾ। ਜਦੋਂ ਤੁਸੀਂ ਆਪਣੀ ਚੇਤਨ ਸਤਾ ਪਰੇ ਕਰ ਲਓ ਤੇ ਪ੍ਰਾਣ ਹੀ ਨਹੀਂ ਚੱਲਦੇ, ਸਵਾਸ ਹੀ ਜਿਵੇਂ ਖੱਲਾਂ 'ਚ ਭੂਸੇ 'ਚ ਹਵਾ ਭਰੀ ਹੁੰਦੀ ਹੈ, ਇਸ ਪ੍ਰਕਾਰ ਦੇ ਸਰੀਰ ਬਣ ਜਾਂਦੇ ਆ। ਤੁਸੀਂ ਸਾਡੇ ਪ੍ਰਾਣਾ ਸਵਾਸਾਂ ਦੇ ਆਧਾਰ ਰੂਪ ਹੋ ਸੱਚੇ ਪਾਤਸ਼ਾਹ। ਕਿਰਤ ਪਿਆ ਅਧ ਊਰ ਦੀ ਬਿਨ ਗਿਆਨ ਵਿਚਾਰਾ। ਜਿਨ੍ਹਾਂ ਜੀਆਂ ਨੇ ਗੁਰਾਂ ਦੇ ਬਖਸ਼ੇ ਗਿਆਨ ਦੀ ਵਿਚਾਰ ਨਹੀਂ ਕੀਤੀ, ਪਰਮਾਤਮਾ ਦੇ ਗਿਆਨ ਨੂੰ ਜਿਨ੍ਹਾਂ ਨੇ ਨਹੀਂ ਵਿਚਾਰਿਆ, ਹੋਰ ਕਰਮ ਕੀਤੇ ਨੇ, ਉਹਨਾਂ ਦਾ ਜਿਹੜਾ ਕਿਰਤ ਹੈ, ਕਰਮਾਂ ਦੀ ਕਿਰਤ ਹੈ, ਕਰਮਾਂ ਦੀ ਰੇਖਾ ਹੈ, ਉਹਨਾਂ ਦੇ ਮਸਤਕ 'ਤੇ ਪਈ ਹੋਈ ਹੈ ਨਾ, ਉਹਦੇ ਅਨੁਸਾਰ ਅਧ ਊਰ ਦੀ, ਅਧੋ ਨੂੰ ਨੀਚਤਾਈ ਨੂੰ ਪ੍ਰਾਪਤ ਹੋਏ, ਭਾਵ ਅਧੋ ਨੂੰ ਪ੍ਰਾਪਤ ਹੋਣਾ, ਦੁੱਖ ਪਹੁੰਚਣਾ, ਜਾਂ ਅਧੋ ਨੀਵੇਂ ਪਤਾਲਾਂ ਨੂੰ ਚਲੇ ਜਾਣਾ, ਟੇਢੀਆਂ ਜੂਨਾਂ 'ਚ ਪੈ ਜਾਣਾ, ਦੁੱਖ ਪਾਉਣੇ, ਨਰਕਾਂ 'ਚ ਪੈ ਜਾਣਾ। ਤੇ ਊਰ ਦੀ ਉੱਪਰ ਨੂੰ ਚਲੇ ਜਾਣਾ, ਊਰਦ ਉੱਪਰ ਨੂੰ ਮਤਲਬ ਸੁਰਗਾਂ ਆਦਿਕਾਂ ਦਾ ਵਾਸਾ ਹੋਣਾ, ਅਮੀਰਾਂ ਦੇ ਘਰ ਜਨਮ ਹੋ ਜਾਣਾ, ਰਾਜੇ ਮਹਾਰਾਜੇ ਬਣ ਜਾਣਾ, ਵਿਭੂਤੀ ਆ ਜਾਣੀ, ਸੁਖ ਮਿਲਣੇ। ਇਹ ਕਿਰਤ ਜਿਹੜੀ ਕਰਮ ਕਮਾਏ ਹੋਏ ਨੇ ਜੀਆਂ ਨੇ, ਉਹਦੇ ਅਨੁਸਾਰ ਇੰਝ ਵਾਪਰਦਾ। ਜਦੋਂ ਤੱਕ ਰੱਬੀ ਗਿਆਨ ਨੂੰ ਵਿਚਾਰ ਨਹੀਂ ਕੋਈ ਕਰਦਾ, ਉਦੋਂ ਤੱਕ ਇਹ ਹੇਠਾਂ ਨੂੰ ਜਾਣਾ, ਉੱਪਰ ਨੂੰ ਜਾਣਾ, ਖੂਹ ਦੀਆਂ ਟਿੰਡਾਂ ਵਾਂ, ਕਦੇ ਦੁੱਖ ਕਦੇ ਸੁਖ। ਬਿਨ ਉਪਮਾ ਜਗਦੀਸ਼ ਕੀ ਬਿਨਸੈ ਨਾ ਅੰਧਿਆਰਾ। ਜਗਤ ਨੂੰ ਜੀਵਨ ਦੇਣ ਵਾਲਾ, ਜਗ ਜੀਵਨ, ਜਗਦੀਸ਼, ਜਗਤ ਦਾ ਈਸ਼ਰ ਮਾਲਕ, ਸਾਰੇ ਜਗਤ ਦਾ ਜੋ ਈਸ਼ ਹੈ ਵਾਹਿਗੁਰੂ ਪਰਮਾਤਮਾ, ਉਸ ਅਕਾਲ ਪੁਰਖ ਦੀ ਉਪਮਾ ਤੋਂ ਬਗੈਰ, ਵਾਹਿਗੁਰੂ ਦੀ ਵਡਿਆਈ ਜਸ ਸੋ ਸਿਫਤਾਂ ਕਰਨ ਤੋਂ ਬਗੈਰ, ਬਿਨਸੈ ਨਾ ਅੰਧਿਆਰਾ। ਪਰਮਾਤਮਾ ਨਾਲ ਜੁੜੇ ਰਵਾਂਗੇ, ਸਿਫਤਾਂ ਕਰਾਂਗੇ, ਵਡਿਆਈਆਂ ਕਰਾਂਗੇ, ਤਾਂ ਚਿੱਤ ਸਾਡਾ ਉੱਧਰ ਨੂੰ ਜਾਵੇਗਾ। ਜਿਸ ਦੀ ਯਾਦ ਵਿੱਚ ਜੁੜ ਜਾਈਏ ਉਹਦੇ ਵਰਗੇ ਬਣ ਜਾਈਦਾ। ਤੇ ਪ੍ਰਮਾਤਮਾ ਦੇ ਸਰੂਪ ਵਿੱਚ ਕੋਈ ਅੰਧਿਆਰਾ ਹਨੇਰਾ ਗੁਬਾਰ ਹੈ ਨਹੀਂ, ਪ੍ਰਕਾਸ਼ ਹੀ ਪ੍ਰਕਾਸ਼ ਹੈ ਗਿਆਨ ਦਾ। ਜਗਦੀਸ਼ ਪਰਮਾਤਮਾ ਦੀ ਉਪਮਾ ਤੋਂ ਬਗੈਰ ਸਾਡੇ ਅੰਦਰ ਦਾ ਅੰਧਿਆਰਾ ਹਨੇਰਾ ਬਿਨਸਦਾ ਨਹੀਂ ਹੈ। ਜਗ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ। ਸਤਿਗੁਰੂ ਕਹਿੰਦੇ ਅਸੀਂ ਜਗਤ ਦੇ ਜੀਆਂ ਨੂੰ ਬਿਨਸਦਿਆਂ ਹੋਇਆਂ, ਖਤਮ ਹੁੰਦਿਆਂ, ਦੁੱਖ ਪਾਉਂਦਿਆਂ ਮਤਲਬ ਵੇਖਿਆ ਹੈ। ਕਿਉਂ ਜੀ? ਲੋਭੇ ਅਹੰਕਾਰਾ। ਜਗਤ ਦੇ ਜੀਆਂ ਨੂੰ ਸੰਸਾਰ ਦੇ ਪਦਾਰਥਾਂ ਦਾ ਲੋਭ ਹੈ,
ਤੇ ਨਾਲ ਇਹਨਾਂ ਪਦਾਰਥ ਜਮ੍ਹਾਂ ਹੋਇਆਂ ਦਾ ਅਹੰਕਾਰ ਬੜਾ। ਸਰੀਰ ਵੀ ਪਦਾਰਥ ਹੈ, ਇੱਥੋਂ ਹੀ ਹੰਕਾਰ ਸ਼ੁਰੂ ਹੋ ਜਾਂਦਾ। ਤੇ ਫਿਰ ਜਿੰਨੇ ਹੋਰ ਪਦਾਰਥ ਕੋਲ ਆਉਂਦੇ ਜਾਂਦੇ ਹੰਕਾਰ ਵੱਧਦਾ। ਜੇ ਵਿੱਦਿਆ ਆ ਗਈ ਤਾਂ, ਜੇ ਗੁਣ ਆ ਗਿਆ ਤਾਂ, ਜਾਂ ਕਲਾ ਆ ਗਈ ਤਾਂ। ਇਸ ਤਰ੍ਹਾਂ ਲੋਭ ਵੀ ਹੈ ਸੰਸਾਰ ਦਾ, ਤੇ ਇਸ ਸੰਸਾਰ ਕਰਕੇ ਹੰਕਾਰ ਵੀ ਹੈ। ਇਹਨਾਂ ਔਗੁਣਾਂ ਕਰਕੇ, ਇਹਨਾਂ ਦੋਸ਼ਾਂ ਵਿਕਾਰਾਂ ਕਰਕੇ ਸਾਰੇ ਜਗਤ ਨੂੰ ਅਸੀਂ ਬਰਬਾਦ ਹੁੰਦਿਆਂ ਵੇਖਿਆ, ਆਤਮਿਕ ਜੀਵਨ ਵੱਲੋਂ ਮਰਦਿਆਂ ਵੇਖਿਆ। ਗੁਰ ਸੇਵਾ ਪ੍ਰਭ ਪਾਇਆ ਸੱਚ ਮੁਕਤ ਦੁਆਰਾ। ਗੁਰਾਂ ਦੀ ਸੇਵਾ ਭਗਤੀ ਟਹਿਲ ਦੁਆਰਾ। ਗੁਰਾਂ ਦੀ ਦੱਸੀ ਹੋਈ ਸੇਵਾ ਭਗਤੀ ਉਹ ਪਰਮੇਸ਼ਰ ਦੀ ਆ, ਉਹਦੇ ਨਾਲ ਪ੍ਰਭੂ ਅਕਾਲ ਪੁਰਖ ਨੂੰ ਪਾ ਲਿਆ ਹੈ। ਔਰ ਸੱਚ ਮੁਕਤ ਦੁਆਰਾ, ਜਿਹੜਾ ਮੁਕਤੀ ਦਾ ਸੱਚਾ ਦਰਵਾਜ਼ਾ ਹੈ ਗਿਆਨ, ਉਹ ਵੀ ਪ੍ਰਾਪਤ ਕਰ ਲਿਆ। ਸੱਚ ਸਰੂਪ ਪ੍ਰਭੂ ਅਕਾਲ ਪੁਰਖ ਨੂੰ ਪਾਇਆ ਹੈ ਤੇ ਵਾਹਿਗੁਰੂ ਨੂੰ ਪ੍ਰਾਪਤ ਕੀਤਾ। ਇਹੋ ਹੀ ਮੁਕਤੀ ਦਾ ਦਰਵਾਜ਼ਾ ਹੈ। ਨਿਜ ਘਰ ਮਹਿਲ ਅਪਾਰ ਕੋ ਅਪਰੰਪਰ ਸੋਈ। ਜਿਹੜਾ ਸਾਡਾ ਨਿਜ ਘਰ ਇਹ ਸਰੀਰ ਹੈ ਨਾ, ਇਹਦੇ ਵਿੱਚ ਹੀ ਅਪਾਰ ਬੇਅੰਤ ਜੋ ਪਰਮੇਸ਼ਰ ਹੈ, ਉਸ ਅਪਾਰ ਵਾਹਿਗੁਰੂ ਦਾ ਮਹੱਲ ਵੀ ਹੈ। ਪਰਮਾਤਮਾ ਦਾ ਸਰੂਪ ਰੂਪੀ ਮਹੱਲ ਇਸ ਹਿਰਦੇ ਦੇ ਅੰਦਰ ਹੀ ਹੈ, ਜੀਆਂ ਦੇ ਅੰਦਰ ਹੀ। ਇਹ ਜਿਹੜਾ ਸੰਸਾਰ ਹੈ, ਇਹ ਵੀ ਨਿਜ ਘਰ ਹੈ ਪਰਮਾਤਮਾ ਦਾ, ਤੇ ਵਾਹਿਗੁਰੂ ਦਾ ਇਹਦੇ ਵਿੱਚ ਵਾਸਾ ਹੈ। ਸੋ ਇਸ ਪ੍ਰਕਾਰ ਇਹ ਘਰ ਸਾਡਾ ਸਰੀਰ, ਇਹਦੇ ਵਿੱਚ ਘਰ ਹਿਰਦਾ, ਤੇ ਹਿਰਦੇ ਅੰਦਰ ਸਰੂਪ ਰੂਪੀ ਮਹੱਲ ਹੈ। ਅਪਰੰਪਰ ਸੋਈ, ਜੋ ਸਾਰੇ ਸਮਾਇਆ ਹੋਇਆ ਪਰਮਾਤਮਾ ਅਪਰਾਪਾਰ। ਅਪਰੰਪਰ ਬੇਅੰਤ ਉਹੀ ਆ ਵਾਹਿਗੁਰੂ ਅਕਾਲ ਪੁਰਖ ਹੀ। ਮਾਇਆ ਦੀ ਕਾਲਖ ਤੋਂ ਪਰੇ, ਸਾਰੀ ਜਿੰਨੀ ਮਾਇਆ ਦੀ ਰਚਨਾ ਇਹਦੇ ਤੋਂ ਪਰੇ ਪਰੇ, ਪਰੇ ਦੇਵਤੇ, ਦੇਵਤਿਆਂ ਤੋਂ ਵੀ ਪਰੇ। ਅਪਰ ਅਪਰ ਅਪਰੰਪਰ ਅਪਰਾਪਾਰ ਪਰਮਾਤਮਾ ਉਹੀ ਹੈ। ਬਿਨ ਸ਼ਬਦੈ ਥਿਰ ਕੋ ਨਹੀਂ ਬੂਝੈ ਸੁਖ ਹੋਈ। ਬਿਨਾਂ ਗੁਰਾਂ ਦੇ ਸ਼ਬਦ ਉਪਦੇਸ਼ ਤੋਂ ਜਿਹੜਾ ਵਿਅਕਤੀ ਹੈ ਕੋਈ ਵੀ, ਉਹ ਥਿਰ ਨਹੀਂ ਹੈ, ਟਿਕਵਾਂ ਉਹਦਾ ਮਨ ਨਹੀਂ ਹੈ। ਸੋ ਇਸ ਪ੍ਰਕਾਰ ਟਿਕਾ ਵਾਲੀ ਉਹਦੀ ਅਵਸਥਾ ਨਹੀਂ ਹੈ। ਬੂਝੈ ਸੁਖ ਹੋਈ, ਜਿਹੜਾ ਬੁੱਝ ਲੈਂਦਾ ਨਾ ਇਸ ਭੇਦ ਨੂੰ, ਉਸ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਕਿਆ ਲੈ ਆਇਆ ਲੈ ਜਾਏ ਕਿਆ ਫਸ ਹੈ ਜਮ ਜਾਲਾ। ਹੇ ਜੀਵ, ਤੂੰ ਕੀ ਲੈ ਕੇ ਆਇਆ ਇਸ ਦੁਨੀਆ ਤੇ ਲੈ ਜਾਏ ਕਿਆ, ਇੱਥੋਂ ਕੀ ਲੈ ਕੇ ਜਾਏਗਾ। ਫਸ ਹੈ ਜਮ ਜਾਲਾ, ਇਸ ਦੁਨੀਆ 'ਚ ਖਚਤ ਹੋ ਕੇ ਜਮ ਦੇ ਜਾਲ 'ਚ ਹੀ ਫਸੇਗਾ। ਡੋਲ ਬੱਧਾ ਕਸ ਜੇਵਰੀ ਆਕਾਸ ਪਤਾਲਾ। ਜਿਵੇਂ ਖੂਹ ਦੇ ਵਿੱਚੋਂ ਪਾਣੀ ਕੱਢਣ ਵਾਸਤੇ ਜੇਵਰੀ ਰੱਸੀ ਦੇ ਨਾਲ ਕੱਸ ਕੇ ਡੋਲ ਭਾਂਡਾ ਬੱਧਾ ਹੁੰਦਾ, ਤੇ ਉਹ ਕਦੇ ਹੇਠਾਂ ਪਤਾਲ ਨੂੰ ਜਾਂਦਾ, ਕਦੇ ਆਕਾਸ਼ ਉੱਪਰ ਨੂੰ ਆਉਂਦਾ। ਇਸ ਪ੍ਰਕਾਰ ਜੀਆਂ ਦੀ ਹਾਲਤ ਹੈ। ਵਾਸ਼ਨਾ ਰੂਪੀ ਰੱਸੀ ਦੇ ਨਾਲ ਸਾਡਾ ਮਨ ਰੂਪੀ ਡੋਲ ਬੱਧਾ ਹੋਇਆ, ਤੇ ਇਹ ਆਕਾਸ਼ ਪਤਾਲਾ, ਕਦੇ ਪਤਾਲ ਹੇਠਾਂ ਨੂੰ ਟੇਢੀਆਂ ਜੂਨਾਂ ਜਾ ਪੈਂਦਾ ਮਨ, ਤੇ ਕਦੇ ਆਕਾਸ਼ ਜਾਰੀ ਹੋ ਜਾਂਦਾ। ਭਾਵ ਦਾਨ ਪੁੰਨ ਆਦਿਕ ਕਰਨ ਦੀ ਵਜ੍ਹਾ ਕਰਕੇ ਸੁਰਗ ਆਦਿਕ ਵਿੱਚ ਵਾਸਾ ਪ੍ਰਾਪਤ ਕਰ ਲੈਂਦਾ। ਸੁੱਖ ਦੀ ਪ੍ਰਾਪਤੀ ਹੁੰਦੀ, ਕਦੇ ਉੱਚਾ ਉੱਠ ਜਾਂਦਾ, ਕਦੇ ਨੀਵਾਂ ਡਿੱਗ ਪੈਂਦਾ। ਗੁਰਮਤਿ ਨਾਮ ਨਾ ਵੀਸਰੈ ਸਹਜੇ ਪਤ ਪਾਈਐ। ਜੇ ਗੁਰਾਂ ਦੀ ਮੱਤ ਸਿੱਖਿਆ ਲੈ ਲਈਏ ਤੇ ਉਸ ਮੱਤ ਕਰਕੇ ਫਿਰ ਵਾਹਿਗੁਰੂ ਜੀ ਦਾ ਨਾਮ ਵਿਸਰਦਾ ਨਹੀਂ ਹੈ, ਭੁੱਲਦਾ ਨਹੀਂ ਹੈ। ਸਹਜੇ ਪਤ ਪਾਈਏ, ਫਿਰ ਸਹਿਜ ਗਿਆਨ ਵਾਲੀ ਅਵਸਥਾ ਚਲੇ ਜਾਈਦਾ। ਮਾਨਸਿਕ ਅਡੋਲਤਾ ਵਾਲੀ ਅਵਸਥਾ ਜਾ ਕੇ ਫਿਰ ਪਤ ਪਾਈਏ। ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ। ਸੋ ਇਸ ਤਰ੍ਹਾਂ ਵਾਹਿਗੁਰੂ ਦੇ ਦਰ 'ਤੇ ਇੱਜ਼ਤ ਪ੍ਰਾਪਤ ਕਰੀਦੀ ਹੈ। ਫਿਰ ਅੰਤਰ ਸ਼ਬਦ ਨਿਧਾਨ ਹੈ ਮਿਲ ਆਪ ਗਵਾਈਐ। ਕਹਿੰਦੇ ਅੰਦਰ ਗੁਰੂ ਦਾ ਸ਼ਬਦ ਵਸਾ ਲਈਏ ਤੇ ਇਹੀ ਨਿਧਾਨ ਖਜ਼ਾਨਾ ਹੈ ਤਾਂ ਅੰਦਰ ਹੀ ਸਾਡੇ, ਪਰ ਗੁਪਤ ਹੋਇਆ ਹੋਇਆ। ਸੋ ਇਸ ਪ੍ਰਕਾਰ ਅੰਦਰ ਸ਼ਬਦ ਬ੍ਰਹਮ ਨਿਧਾਨ ਖਜ਼ਾਨਾ ਰੂਪ ਹੈ, ਜਿੱਥੋਂ ਸਾਰੇ ਖਜ਼ਾਨੇ ਪ੍ਰਗਟ ਹੁੰਦੇ ਆ। ਅੰਦਰ ਗੁਰਾਂ ਦਾ ਸ਼ਬਦ ਉਪਦੇਸ਼ ਵਸਾ ਲਈਏ ਤਾਂ ਇਹ ਨਿਧਾਨ ਖਜ਼ਾਨਾ ਹੈ। ਮਿਲੇ ਆਪ ਗਵਾਈਐ। ਮਨ ਦਾ ਮੇਲ ਸ਼ਬਦ ਨਾਲ ਹੋਣਾ ਚਾਹੀਦਾ। ਇੰਜ ਮਿਲ ਕੇ ਫਿਰ ਆਪਾਂ ਭਾਵ ਹੰਕਾਰ ਗਵਾ ਲਈਦਾ। ਹੰਗਤਾ ਨਹੀਂ ਅੰਦਰ ਰਹਿ ਜਾਂਦੀ। ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ। ਪਰਮਾਤਮਾ ਅਕਾਲ ਪੁਰਖ ਜੇ ਆਪਣੀ ਮਿਹਰ ਦੀ ਨਜ਼ਰ ਕਰੇ ਤੇ ਜੀਵ ਗੁਣਾਂ ਦਾ ਧਾਰਨੀ ਬਣ ਜਾਏ। ਸਤ ਸੰਤੋਖ ਦਇਆ ਧਰਮ ਵਿਚਾਰ ਧੀਰਜ ਸ਼ਾਂਤੀ ਖਿਮਾ ਸ਼ਰਧਾ ਭਾਵਨੀ ਪ੍ਰੇਮ ਆਦਿਕ ਜੋ ਗੁਣ ਹਨ ਵਾਹਿਗੁਰੂ ਦੀ ਪ੍ਰਾਪਤੀ ਵਾਲੇ, ਉਹ ਹੋ ਜਾਣ ਪੈਦਾ, ਤੇ ਗੁਣਾਂ ਦਾ ਧਾਰਨੀ ਬਣ ਕੇ ਫਿਰ ਅੰਕ ਪਰਮਾਤਮਾ ਦੇ ਸਰੂਪ ਵਿੱਚ ਸਮਾ ਜਾਂਦਾ। ਅੰਕ ਨਾਮ ਸਰੂਪ ਦਾ, ਅੰਕ ਨਾਮ ਜੱਫੀ ਦਾ, ਅੰਕ ਨਾਮ ਅੰਗ ਦਾ, ਅੰਕ ਨਾਮ ਗੋਦੀ ਦਾ।
ਪਰਮਾਤਮਾ ਦੀ ਗੋਦ ਵਿੱਚ ਹੀ ਸਮਾ ਜਾਂਦਾ ਹੈ। ਨਾਨਕ ਮੇਲ ਨਾ ਚੂਕਈ ਲਾਹਾ ਸੱਚ ਪਾਵੈ। ਹਜ਼ੂਰ ਕਹਿੰਦੇ ਨੇ ਫਿਰ ਇਹੋ ਜਿਹਾ ਜਿਹੜਾ ਮੇਲ ਹੋਇਆ ਨਾ ਉਹਦਾ ਵਾਹਿਗੁਰੂ ਨਾਲ, ਇਹ ਨਾ ਚੂਕਈ, ਇਹ ਦੂਰ ਨਹੀਂ ਹੁੰਦਾ, ਵਿਛੋੜੇ ਵਿੱਚ ਨਹੀਂ ਬਦਲਦਾ। ਇਹ ਮੇਲ ਚੁੱਕਦਾ ਨਹੀਂ, ਭਾਵ ਮੁੱਕਦਾ ਨਹੀਂ, ਦੂਰ ਨਹੀਂ ਹੁੰਦਾ। ਜੋ ਸੱਚ ਸਰੂਪ ਪਰਮਾਤਮਾ ਦੇ ਸੱਚੇ ਨਾਮ ਦਾ ਲਾਹਾ ਪ੍ਰਾਪਤ ਕਰ ਲੈਂਦਾ ਨਾ ਇਸ ਜੀਵਨ ਵਿੱਚ, ਉਹਦਾ ਐਸਾ ਮੇਲ ਹੁੰਦਾ ਫਿਰ ਕਦੇ ਇਹ ਮੇਲ ਵਿੱਥ ਨਹੀਂ ਪੈਂਦੀ, ਮੇਲ ਮਿਟਦਾ ਨਹੀਂ ਹੈ। ਗੌੜੀ ਮਹੱਲਾ ਪਹਿਲਾ। ਗੌੜੀ ਰਾਗਣੀ ਅੰਦਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਅਗਲੀ ਅਸ਼ਟਪਦੀ ਉਚਾਰਨ ਕਰਦੇ ਨੇ। ਗੁਰ ਪ੍ਰਸਾਦੀ ਬੂਝ ਲੈ ਤਉ ਹੋਏ ਨਿਬੇਰਾ। ਹਜ਼ੂਰ ਕਹਿੰਦੇ ਨੇ ਗੁਰੂ ਦੀ ਪ੍ਰਸਾਦ ਕਿਰਪਾ ਦਾ ਪਾਤਰ ਬਣ। ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਜੇ ਇਹ ਤੂੰ ਹੈ ਜੀ ਬੁੱਝ ਲਵੇਂ ਤਾਂ ਤਉ ਹੋਏ ਨਿਬੇਰਾ, ਬੁੱਝ ਲੈ, ਸਮਝ ਲੈ ਜੀਵਨ ਦੇ ਮਨੋਰਥ ਨੂੰ, ਤਉ ਹੋਏ ਨਿਬੇੜਾ, ਤਾਂ ਤੇਰੇ ਸਾਰੇ ਕਰਮਾਂ ਦਾ ਨਿਬੇੜਾ ਹੋ ਜਾਏਗਾ। ਸੋ ਬਾਕੀ ਮਿਟ ਜਾਏਗੀ, ਹਿਸਾਬ ਕਿਤਾਬ ਮੁੱਕ ਜਾਏਗਾ। ਘਰ ਘਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ। ਕੀ ਬੁੱਝਣਾ ਗੁਰਾਂ ਦੀ ਕਿਰਪਾ ਨਾਲ। ਕਹਿੰਦੇ ਹਰੇਕ ਹਿਰਦੇ ਰੂਪੀ ਘਰ ਦੇ ਅੰਦਰ ਨਿਰੰਜਨ ਜਿਹੜਾ ਸ਼ੁੱਧ ਹੈ ਨਾ, ਕਾਲਖ ਤੋਂ ਰਹਿਤ, ਮਾਇਆ ਦੀ ਕਾਲਖ ਤੋਂ ਬਿਨਾਂ ਸ਼ੁੱਧ ਸਰੂਪ ਪਰਮਾਤਮਾ, ਉਸ ਦਾ ਨਾਮ ਹੈ। ਹਰੇਕ ਹਿਰਦੇ ਰੂਪੀ ਘਰ ਦੇ ਅੰਦਰ ਨਿਰੰਜਨ ਪਰਮੇਸ਼ਰ ਦਾ ਨਾਮ ਹੈ। ਸੋ ਠਾਕੁਰ ਮੇਰਾ, ਉਹ ਜਿਸ ਦਾ ਨਾਮ ਹੈ ਨਾ ਨਿਰੰਜਨ ਪਰਮਾਤਮਾ, ਉਹੀ ਮੇਰਾ ਠਾਕੁਰ ਮਾਲਕ ਹੈ। ਇੰਜ ਬੁੱਝ ਲਵੇਂ ਤਾਂ ਤੇਰੇ ਕਰਮਾਂ ਦਾ ਨਵੇੜਾ ਹੋ ਜਾਏਗਾ। ਬਿਨ ਗੁਰ ਸ਼ਬਦ ਨਾ ਛੂਟੀਐ ਦੇਖੋ ਵਿਚਾਰਾ। ਗੁਰੂ ਦਾ ਸ਼ਬਦ ਹੀ ਮਹਾਨ ਹੈ, ਗੁਰੂ ਦਾ ਉਪਦੇਸ਼ ਹੀ ਮਹਾਨ ਹੈ, ਗੁਰੂ ਦਾ ਮੰਤਰ ਹੀ ਮਹਾਨ ਹੈ। ਗੁਰੂ ਦੇ ਸ਼ਬਦ ਉਪਦੇਸ਼ ਮੰਤਰ ਨਾਮ ਤੋਂ ਬਗੈਰ ਨਹੀਂ ਛੁੱਟ ਸਕੀਦਾ। ਬਚਨ ਹਨ ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣਾ। ਕੂਕਰਾ ਸੂਕਰਾ ਗਰਦਵ ਹੈ ਕਾਕਾ ਸਰਪਨ ਹੈ ਤੁਲ ਖਲ ਹੈ। ਸੋ ਇਹਨਾਂ ਜੂਨਾਂ ਦੇ ਬਰਾਬਰ ਹਨ, ਗਰਦਵ ਖੋਤਿਆਂ ਦੇ ਬਰਾਬਰ ਹਨ, ਔਰ ਇਸੇ ਤਰ੍ਹਾਂ ਕਾਵਾਂ ਦੇ ਬਰਾਬਰ ਹਨ, ਸੱਪਾਂ ਦੇ ਬਰਾਬਰ ਹਨ। ਸੋ ਇਸ ਪ੍ਰਕਾਰ ਜਿਹੜੀਆਂ ਟੇਢੀਆਂ ਮੇਢੀਆਂ ਜੂਨਾਂ ਉਹਨਾਂ ਵਰਗੇ ਲੋਕ ਨੇ ਜਾਂ ਇਹਨਾਂ ਜੂਨਾਂ 'ਚ ਪੈਂਦੇ ਨੇ। ਛੁਟਕਾਰਾ ਹੀ ਨਹੀਂ ਹੁੰਦਾ ਗੁਰਾਂ ਦੇ ਸ਼ਬਦ ਮੰਤਰ ਤੋਂ ਬਗੈਰ। ਦੇਖੋ ਵਿਚਾਰਾ, ਵਿਚਾਰ ਕਰਕੇ ਵੇਖ ਲਵੋ ਕਿਸ ਦਾ ਛੁਟਕਾਰਾ ਹੋਇਆ ਗੁਰਾਂ ਦੇ ਉਪਦੇਸ਼ ਤੋਂ ਬਿਨਾਂ। ਜੇ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ। ਹੈ ਜੀਵ, ਹੈ ਮਨੁੱਖ, ਜੇ ਤੂੰ ਗੁਰਾਂ ਦੇ ਸ਼ਬਦ ਦਾ ਖਿਆਲ ਛੱਡ ਕੇ ਗੁਰੂ ਚਰਨਾਂ ਨਾਲ ਜੁੜਨ ਤੋਂ ਬਗੈਰ ਹੋ ਕੇ ਲੱਖਾਂ ਹੋਰ ਕਰਮ ਕਮਾ ਵੀ ਲਵੇਂ, ਜਿਵੇਂ ਲੋਕ ਕਰਦੇ ਆ, ਕਰਮ ਕਮਾਉਂਦੇ ਨੇ, ਪੁੱਠੇ ਲਟਕੀ ਜਾਣਾ, ਧੂਣੀਆਂ ਤੌਣੀਆਂ, ਵਰਤ ਰੱਖਣੇ, ਗੁਫਾਵਾਂ ਜਾਲ ਲੁਕਣਾ, ਸੋ ਇਸ ਤਰ੍ਹਾਂ ਸਮਾਧੀਆਂ ਲਾਉਣ ਦਾ ਯਤਨ ਕਰਨਾ, ਇਸ ਤਰ੍ਹਾਂ ਤੀਰਥਾਂ ਦੇ ਇਸ਼ਨਾਨ ਕਰਦੇ ਫਿਰਨਾ, ਵਰਤ ਰੱਖ ਲੈਣੇ, ਇਸ ਤਰ੍ਹਾਂ ਦੇ ਸੰਜਮ ਕਰਨ। ਜੇ ਗੁਰੂ ਦੇ ਚਰਨਾਂ ਨਾਲ ਨਹੀਂ ਜੁੜਿਆ ਤੇ ਲੱਖਾਂ ਕਰਮ ਜੇ ਕਮਾ ਲਵੇਂ ਬਿਨ ਗੁਰ ਅੰਧਿਆਰਾ। ਪੂਰੇ ਗੁਰੂ ਤੋਂ, ਗਿਆਨਵਾਨ ਗੁਰੂ ਤੋਂ ਬਗੈਰ, ਬ੍ਰਹਮ ਨਿਸ਼ਟੀ ਬ੍ਰਹਮ ਸਰੋਤਰੀ ਗੁਰੂ ਤੋਂ ਬਗੈਰ ਅੰਦਰ ਅੰਧਿਆਰਾ, ਹਨੇਰਾ ਹੀ ਹਨੇਰਾ ਛਾਇਆ ਰਹੇਗਾ। ਇੱਕ ਬਚਨ ਆਉਂਦਾ ਭਗਤ ਮਾਲਾ 'ਚ ਕਿ ਫਰੀਦ ਜੀ ਨੇ ਵੀ ਬੜੀ ਤਪੱਸਿਆ ਜਦੋਂ ਕੀਤੀ ਸੀ ਤੇ ਗਿਆਨ ਦੀ ਪ੍ਰਾਪਤੀ ਨਹੀਂ ਸੀ ਹੋਈ। ਫਿਰ ਆਕਾਸ਼ਬਾਣੀ ਰਾਹੀਂ ਵਾਹਿਗੁਰੂ ਜੀ ਨੇ ਕਿਹਾ ਸੀ, ਇੱਕ ਮਹਾਤਮਾ ਹਨ ਸ਼ਾਹ ਸ਼ਰਫ ਜੀ, ਉਹਨਾਂ ਨੂੰ ਗੁਰੂ ਧਾਰਨ ਕਰ। ਇੱਕ ਨਾ ਵਿਦਵਾਨਾਂ ਨੇ ਹਜ਼ਰਤ ਬਖਤਿਆਰ ਕਾਕੀ ਦਾ ਨਾਮ ਲਿਖਿਆ ਤੇ ਉਹਨਾਂ ਨੂੰ ਗੁਰੂ ਧਾਰਨ ਕਰ, ਫਿਰ ਪ੍ਰਾਪਤੀ ਹੋਵੇਗੀ। ਫਿਰ ਆਪਣੇ ਗੁਰੂ ਦੀ ਸੇਵਾ ਕਰਦੇ ਸੀ ਗੁਰੂ ਧਾਰਨ ਕਰਕੇ ਫਰੀਦ ਜੀ, ਤੇ ਰੋਜ਼ ਗਰਮ ਪਾਣੀ ਕਰਕੇ ਸਰਦੀਆਂ 'ਚ ਇਸ਼ਨਾਨ ਕਰਾਉਂਦੇ ਸੀ। ਤੇ ਇੱਕ ਦਿਨ ਅੱਗ ਉੱਡ ਗਈ, ਲੱਭੀ ਨਾ। ਹਵਾ ਆਈ ਤੇ ਹਵਾ ਨਾਲ ਅੱਗ ਉੱਡ ਗਈ, ਜਿਹੜੀ ਰੱਖੀ ਸੀ ਸੰਭਾਲ ਕੇ। ਅੱਜ ਕੱਲ੍ਹ ਵਾਂਗ ਮਾਚਿਸ ਦੀਆਂ ਸਲਾਈਆਂ ਨਹੀਂ ਸੀ, ਅੱਗ ਬਲਦੀ ਰੱਖਣੀ ਪੈਂਦੀ ਸੀ, ਸਾਂਭ ਕੇ ਉੱਡ ਗਈ। ਫਿਰ ਕਿਸੇ ਘਰ 'ਚ ਦੀਵਾ ਜਗਦਾ ਸੀ, ਫਰੀਦ ਜੀ ਉੱਥੇ ਗਏ, ਉਹ ਵੇਸਵਾ ਦਾ ਘਰ ਸੀ। ਤੇ ਫਰੀਦ ਜੀ ਨੇ ਅੱਗ ਮੰਗੀ, ਉਹ ਕਹਿਣ ਲੱਗੀ ਵੀ ਆਨਾ ਦੇ। ਫਰੀਦ ਜੀ ਨੇ ਖੀਸੇ 'ਚ ਹੱਥ ਪਾਇਆ ਤੇ ਆਨਾ, ਪੈਸੇ ਹੈ ਸਨ। ਉਹ ਕਹਿਣ ਲੱਗੀ ਇਹ ਆਨਾ ਨਹੀਂ, ਅੱਖ ਦਾ ਆਨਾ ਕੱਢ ਕੇ ਦੇ। ਤਾਂ ਨਾਲੇ ਕਿਹਾ ਵੀ ਜੇ ਇੰਜ ਨਹੀਂ ਤਾਂ ਫਿਰ ਮੇਰੇ ਨਾਲ ਕੋਈ ਕਰਮ ਕਰ। ਫਰੀਦ ਜੀ ਕਹਿਣ ਲੱਗੇ ਅਸੀਂ ਫਕੀਰ ਲੋਕ ਹਾਂ, ਮੈਂ ਤਾਂ ਅੱਗੇ ਬਿਪਤਾ ਦਾ ਮਾਰਿਆ ਹਾਂ, ਗਿਆਨ ਦੀ ਪ੍ਰਾਪਤੀ ਚਾਹੁੰਦਾ, ਤੇ ਮੇਰੇ ਗੁਰੂ ਨੇ ਪਰਖ 'ਚ ਪਾਇਆ ਜੇ ਤਾਂ ਗਿਆਨ ਨਹੀਂ ਮਿਲਿਆ। ਬੀਬੀ ਇਹ ਨਾ ਗੱਲ ਸਾਨੂੰ ਕਹੋ ਫਕੀਰਾਂ। ਫਿਰ ਕਹਿਣ ਲੱਗੀ ਅੱਖ ਦਾ ਆਨਾ ਦੇ। ਫਰੀਦ ਜੀ ਨੇ ਕਿਹਾ ਲਿਆ ਛੁਰੀ। ਕਹਿੰਦੇ ਅੱਖ ਕੱਢ ਕੇ ਖੱਬੀ। ਫਰੀਦ ਜੀ ਦੇ ਕੇ ਅੱਗ ਲੈ ਕੇ ਆਏ ਤੇ ਅੱਖ 'ਤੇ ਪੱਟੀ ਬੰਨ੍ਹ ਲਈ ਤੇ ਫਿਰ ਪਾਣੀ ਗਰਮ ਕਰਕੇ ਅੱਗ ਦੇ ਨਾਲ ਫਿਰ ਆਪਣੇ ਗੁਰੂ ਦੇਵ ਨੂੰ ਇਸ਼ਨਾਨ ਕਰਾਉਂਦੇ ਸੀ। ਤਾਂ ਉਹਨਾਂ ਨੇ ਕਿਹਾ ਫਰੀਦਾ ਅੱਖ ਨੂੰ ਕੀ ਗੱਲ ਹੋਈ ਹੈ? ਅੰਤਰਜਾਮੀ ਜਾਣਦੇ ਸਨ। ਫਰੀਦ ਜੀ ਨੇ ਕਿਹਾ ਗੁਰੂ ਜੀ ਅੱਖ ਆਈ ਹੋਈ ਹੈ। ਤਾਂ ਕਹਿਣ ਲੱਗੇ ਆ ਤਾਂ ਗਈ ਪਰ ਪਹਿਲਾਂ ਨਾਲੋਂ ਛੋਟੀ ਆਈ ਹੈ। ਸੋ ਇਸ ਤਰ੍ਹਾਂ ਅੱਖ ਸਾਬਤ ਕਰਤੀ ਸੀ
ਤੇ ਇਸ ਪ੍ਰਕਾਰ ਫਿਰ ਫਰੀਦ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਗੁਰਦੇਵ ਦੇ ਪਾਸੋਂ। ਇਉਂ ਸਤਿਗੁਰੂ ਪੂਰਾ ਹੀ ਹੈ ਜੋ ਅੰਧਿਆਰਾ ਦੂਰ ਕਰੇ, ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ। ਰਹਾਓ ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀ ਹੈ। ਮਹਾਰਾਜ ਕਹਿੰਦੇ ਇਹ ਅਕਲ ਜਿਹੜੀ ਹੈ ਨਾ ਭਗਤੀ ਵਾਲੀ, ਗੁਰੂ ਚਰਨਾਂ ਨਾਲ ਜੁੜਨ ਵਾਲੀ ਅਕਲ, ਇਸ ਅਕਲ ਤੋਂ ਬਗੈਰ ਜਿਹੜੇ ਲੋਕ ਹਨ ਉਹ ਅੰਨੇ ਹੀ ਨੇ, ਅਗਿਆਨੀ ਬੇਸਮਝ ਹਨ। ਉਹਨਾਂ ਨੂੰ ਕੀ ਕਹਿਣਾ ਭਾਈ, ਉਹਨਾਂ ਵੱਲ ਵੇਖ ਕੇ ਕੀ ਝਗੜਨਾ, ਬਹਿਸ ਕਰਨੀ ਉਹਨਾਂ ਨਾਲ, ਕੀ ਸਮਝਾਉਣਾ ਉਹਨਾਂ ਨੂੰ। ਕਹੀਏ ਤਾਂ ਭਾਵ ਉਹਨਾਂ ਨੂੰ ਕੀ ਸਮਝਾਉਣਾ ਜੋ ਅਕਲ ਤੋਂ ਬਾਹਰੇ ਸਖਣੇ ਹਨ, ਅੰਨੇ ਹੀ ਹਨ। ਹਜ਼ੂਰ ਨੇ ਕਿਹਾ ਹੈ, ਅਕਲੀ ਸਾਹਿਬ ਸੇਵੀ ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀ ਅਕਲੀ ਕੀਚੈ ਦਾਨ। ਸੋ ਜਿਹੜੀ ਅਕਲ ਮਤ ਊਤਮ ਮਤ ਮੇਰੇ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਵਿੰਦਾ ਤੁਪਰੀ ਤੁਮ ਲਾਗਿਆ ਨਾਓ। ਸੰਸਾਰ ਬੇਅੰਤ ਤੁਰਿਆ ਫਿਰਦਾ ਸੀ, ਸਮਝਦੇ ਅਕਲ ਵਾਲਾ ਉਹ ਆ ਜਿਹੜਾ ਬਹੁਤੀ ਵਿਦਿਆ ਪੜ੍ਹ ਕੇ ਉੱਚੀ ਡਿਗਰੀ 'ਤੇ ਪਹੁੰਚ ਗਿਆ, ਉੱਚਾ ਮਰਤਬਾ ਲੈ ਲਿਆ, ਜੱਜ ਬਣ ਗਿਆ, ਸਾਇੰਟਿਸਟ ਬਣ ਗਿਆ, ਇੰਜੀਨੀਅਰ ਬਣ ਗਿਆ। ਇਹ ਅਕਲ ਦੁਨਿਆਵੀ ਹਨ ਸਾਰੀਆਂ ਅਕਲਾਂ। ਜੋ ਪਰਮਾਤਮਾ ਦੀ ਭਗਤੀ ਵਾਲੀ ਅਕਲ ਹੈ, ਗੁਰਾਂ ਦੇ ਚਰਨੀ ਲੱਗਣ ਵਾਲੀ ਅਕਲ ਹੈ, ਉਹਦੇ 'ਚ ਕੋਈ ਪਾਸ ਹੁੰਦਾ, ਉਹ ਕਿਸੇ ਨੂੰ ਪ੍ਰਾਪਤ ਹੁੰਦੀ ਹੈ। ਉਹ ਜਿਨ੍ਹਾਂ ਨੂੰ ਪ੍ਰਾਪਤ ਹੈ ਉਹ ਬਖਸ਼ਿਸ਼ਾਂ ਪ੍ਰਾਪਤ ਕਰਦੇ ਨੇ। ਜਿਹੜੇ ਅਕਲ ਤੋਂ ਬਾਹਰੇ ਅੰਨੇ ਜੀਵ ਹਨ, ਅਗਿਆਨੀ ਬੇਸਮਝ, ਕਿਆ ਤਿਨ ਸਿਉ ਕਹੀਏ ਭਾਈ, ਉਹਨਾਂ ਨੂੰ ਕੀ ਸਮਝਾਉਣਾ, ਕੀ ਕਹਿਣਾ ਉਹਨਾਂ ਦੇ ਤਾਈਂ। ਬਿਨ ਗੁਰ ਪੰਥ ਨਾ ਸੂਝੇ ਕਿਤ ਬਿਨ ਨਿਰਭਈ ਹੈ। ਬਿਨਾਂ ਗੁਰਾਂ ਤੋਂ ਪੰਥ ਰਸਤਾ ਜਿਹੜਾ ਹੈ ਨਾ ਉਹ ਨਹੀਂ ਸੂਝੇ, ਨਾ ਸੁਝਦਾ ਹੈ, ਭਾਵ ਉਹਦੀ ਗਿਆਤ ਨਹੀਂ ਪ੍ਰਾਪਤ ਹੁੰਦੀ। ਜਿਹੜਾ ਭਗਤੀ ਭਾਵਨਾ ਵਾਲਾ ਪੰਥ ਰਸਤਾ ਹੈ ਇਹਦੀ ਗਿਆਤ ਪ੍ਰਾਪਤ ਹੀ ਨਹੀਂ ਹੁੰਦੀ ਗੁਰਾਂ ਤੋਂ ਬਗੈਰ। ਕਿਤ ਬਿਨ ਨਿਰਭਈ ਹੈ, ਅਜਿਹੇ ਲੋਕਾਂ ਨਾਲ ਕਿਸ ਵੀ ਨਾਲ ਨਿਰਵਾਹ ਕੀਤਾ ਜਾ ਸਕਦਾ ਹੈ ਜਿਹੜੇ ਗੁਰਾਂ ਤੋਂ ਬਿਨਾਂ ਹੀ ਹਨ। ਜਿਵੇਂ ਬਾਬਾ ਅਮਰਦਾਸ ਜੀ ਨੂੰ ਬ੍ਰਹਮਚਾਰੀ ਨੇ ਕਿਹਾ ਸੀ ਵੀ ਤੇਰੇ ਘਰ ਦਾ ਤਾਂ ਭੋਜਨ ਖਾਧਾ ਹੀ ਮੇਰੇ ਵਾਸਤੇ ਮੈਨੂੰ ਭ੍ਰਸ਼ਟ ਕਰ ਗਿਆ ਕਿਉਂਕਿ ਤੂੰ ਗੁਰੂ ਵਾਲਾ ਨਹੀਂ। ਤਾਂ ਉਸੇ ਵੇਲੇ ਲੱਗਣ ਲੱਗ ਗਈ। ਫਿਰ ਸਤਿਗੁਰੂ ਅੰਗਦ ਦੇਵ ਮਹਾਰਾਜ ਦਾ ਮਿਲਾਪ ਹੋਇਆ ਸੀ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਉ ਬੁਰਾ। ਜਿਹੜੇ ਗੁਰੂ ਵਾਲੇ ਹਨ, ਗੁਰੂ ਦੇ ਆਖੇ ਲੱਗਣ ਵਾਲੇ, ਗੁਰਮੁਖ ਪਿਆਰੇ, ਉਸ ਪੰਥ 'ਤੇ ਚੱਲਣ ਵਾਲੇ, ਉਹਨਾਂ ਦਾ ਇਹਨਾਂ ਲੋਕਾਂ ਨਾਲ ਨਿਰਵਾਹ ਕਿਵੇਂ ਹੋ ਸਕਦਾ ਜਿਹੜੇ ਗੁਰੂ ਤੋਂ ਸਖਣੇ ਹਨ, ਬੇਗੁਰੇ ਬੇਨਿਗੁਰੇ, ਇਸ ਪ੍ਰਕਾਰ ਬੇਮੁਰਸ਼ਦੇ ਹਨ, ਨਿਗੁਰੇ ਹਨ, ਬੇਮੁਰਸ਼ਦੇ ਹਨ। ਕਿਤ ਬਿਨ ਨਿਰਵਈਏ, ਕਿਸ ਤਰ੍ਹਾਂ ਉਹਨਾਂ ਨਾਲ ਨਿਭਾ ਕਰੀਏ ਭਾਈ। ਖੋਟੇ ਕਉ ਖਰਾ ਕਹੈ ਖਰੇ ਸਾਰ ਨਾ ਜਾਣ। ਕਲਯੁਗ ਦੇ ਜੀਆਂ ਦੇ ਲੱਛਣ ਦੱਸ ਰਹੇ ਸਤਿਗੁਰੂ ਮਹਾਰਾਜ ਵੀ ਜਿਹੜਾ ਖੋਟਾ ਬੰਦਾ ਹੈ ਨਾ, ਖੋਟਾ, ਜਿਵੇਂ ਆਮ ਕਹਾਵਤ ਹੈ, ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ। ਸੋ ਇਸ ਪ੍ਰਕਾਰ ਹਜ਼ੂਰ ਨੇ ਵੀ ਬਾਣੀ ਵਿੱਚ ਬਚਨ ਕੀਤੇ ਹਨ ਐਸੇ ਕਿ ਨਾਉ ਫਕੀਰੈ ਪਾਤਸ਼ਾਹ ਮੂਰਖ ਪੰਡਤ ਨਾਉ, ਇਲਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਂ। ਇਲਤੀ ਬੰਦੇ ਦਾ ਨਾਮ ਚੌਧਰੀ ਹੈ। ਜਿਹੜੀ ਝੂਠੀ ਔਰਤ ਹੈ ਉਹ ਥਾਂ ਪੂਰ ਕੇ ਮੱਲ ਕੇ ਬਹਿ ਜਾਂਦੀ ਮੂਹਰੇ ਹੋ ਕੇ। ਔਰ ਜਿਹੜੇ ਫਕੀਰ ਕੰਗਲੇ ਲੋਕ ਉਹਨਾਂ ਨੂੰ ਪਾਤਸ਼ਾਹ ਕਹਿੰਦੇ ਹਨ। ਜਿਹੜੇ ਅੰਦਰੋਂ ਖਾਲੀ ਹੈ ਨਾ, ਫਕੀਰ ਹਨ, ਮੰਗਤੇ ਹਨ, ਉਹ ਪਾਤਸ਼ਾਹ ਬਣੇ ਹੋਏ ਨੇ ਜਿਹਨਾਂ ਨੂੰ ਰੱਜਣ ਨਹੀਂ ਆਉਂਦਾ। ਅਤੇ ਮੂਰਖਾਂ ਨੂੰ ਪੰਡਤ ਲੋਕਾਂ ਵਿਦਵਾਨ ਮੰਨ ਲਿਆ, ਮੂਰਖਾਂ ਨੂੰ ਵਿਦਵਾਨ ਮੰਨ ਲਿਆ ਲੋਕਾਂ। ਖੋਟੇ ਕਉ ਖਰਾ ਕਹੈ, ਇਹ ਕਲਯੁਗ ਦਾ ਮਨੁੱਖ ਕਿਹੋ ਜਿਹਾ ਹੈ ਜਿਹੜਾ ਖੋਟਾ ਆਦਮੀ, ਨਹੁੰ ਖੋਟਾ ਆਦਮੀ, ਉਹਨੂੰ ਖਰਾ ਕਹੀ ਜਾਂਦਾ ਹੈ। ਇਹ ਬੜਾ ਸਾਫ ਸੁਥਰਾ ਹੈ, ਖਰੇ ਸਾਰ ਨਾ ਜਾਣ। ਅਤੇ ਜਿਹੜਾ ਖਰਾ ਮਨੁੱਖ ਹੈ ਨਾ, ਗੁਰਮੁਖ ਪਿਆਰਾ, ਸੱਚ ਬੋਲਣ ਵਾਲਾ, ਸੱਚ ਦਾ ਧਾਰਨੀ, ਬੰਦਗੀ ਵਾਲਾ, ਬ੍ਰਹਮਨਿਸ਼ਟੀ, ਉਸ ਦੀ ਸਾਰ ਖਬਰ ਨੂੰ ਨਹੀਂ ਜਾਣਦਾ ਇਹ ਸੰਸਾਰੀ ਮਨੁੱਖ ਕਲਯੁਗ ਦਾ। ਅੰਧੇ ਕਾ ਨਾਉ ਪਾਰਖੂ, ਜਿਹੜਾ ਅੰਨਾ ਅਗਿਆਨੀ ਮਨੁੱਖ ਹੈ ਉਹਦਾ ਨਾਮ ਪਾਤਾ ਵੀ ਇਹ ਬੜਾ ਸਿਆਣਾ ਹੈ। ਪਾਰਖੂ ਮਤਲਬ ਸਿਆਣਾ ਹੈ, ਸਮਝਦਾਰ ਹੈ, ਪਰਖ ਕਰਨ ਦਾ ਭਲੇ ਬੁਰੇ ਦੀ, ਸੱਚਾਈ ਝੂਠ ਦੀ ਪਰਖ ਜਾਣਦਾ, ਇਹ ਬੜਾ ਸਿਆਣਾ ਹੈ ਉਹ ਅੰਨਾ, ਅਤੇ ਉਸ ਨੂੰ ਪਾਰਖੂ ਕਿਹਾ ਜਾਂਦਾ। ਕਲੀ ਕਾਲ ਵਿਡਾਣਾ, ਕਲੀ ਕਲਯੁਗ ਦੇ ਕਾਲ ਸਮੇਂ ਦਾ ਇਹ ਬੜਾ ਵਿਡਾਣਾ ਅਸਚਰਜ ਇਹ ਕੌਤਕ ਹੈ। ਸੋ ਕਲਯੁਗ ਦਾ ਸਮਾਂ ਹਜ਼ੂਰ ਕਹਿੰਦੇ ਬੜਾ ਵਿਡਾਣਾ ਅਸਚਰਜ ਹੈ। ਇਸ ਤਰ੍ਹਾਂ ਦੇ ਹਾਲਤ ਬਣ ਰਹੇ ਨੇ। ਸੂਤੇ ਕਉ ਜਾਗਤ ਕਹੈ, ਜਿਹੜਾ ਸੰਸਾਰ ਵਿੱਚ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਪਿਆ ਗੁਲਤਾਨ ਹੈ ਉਹਨੂੰ ਜਾਗਤ ਕਿਹਾ ਜਾਂਦਾ ਹੈ। ਜਾਗਤ ਕਉ ਸੂਤਾ, ਜਿਹੜਾ ਜਾਗ ਪਿਆ ਸਿਮਰਨ ਵਿੱਚ। ਏਕ ਨਿਮਖ ਜੋ ਸਿਮਰਨ ਮੈਂ ਜੀਆ, ਕੋੜ ਦਿਨ ਸਲਾਖ ਸਦਾ ਥਿਰਥੀਆ। ਸੋ ਗੁਰਮੁਖ ਜਾਗੈ ਸੋਈ ਸਾਰ, ਜਾਗਣਾ ਜਾਗਰਨਿਕਾ ਹਰ ਕੀਰਤਨ ਮੈਂ ਜਾਗਣਾ। ਜਾਗਦੇ ਹੋਏ ਨੂੰ ਸੁੱਤਾ ਕਹੀ ਜਾਂਦਾ ਹੈ ਕਲਯੁਗ ਦਾ ਮਨੁੱਖ। ਜੀਵਤ ਕਉ ਮੂਆ ਕਹੈ, ਜਿਹੜਾ ਜਿਉਂਦਾ ਜਾਗਦਾ ਨਾ ਪਰਮੇਸ਼ਰ ਦੇ ਸਿਮਰਨ ਵਿੱਚ, ਜਿਹੜਾ ਜਿਉਂਦਾ ਉਹਨੂੰ ਇਹ ਮਰਿਆ ਹੋਇਆ ਸਮਝ ਲੈਂਦਾ, ਕਹਿੰਦਾ ਹੈ ਮੁਖ ਤੋਂ ਇਹ ਮਰਿਆ ਹੋਇਆ, ਬਈ ਛੱਡੋ ਗੱਲ, ਇਹਦਾ ਮਰਿਆ ਹੋਇਆ। ਅਤੇ ਮੂਏ ਨਹੀਂ ਰੋਤਾ, ਜਿਹੜੇ ਆਤਮਿਕ ਜੀਵਨ ਵੱਲੋਂ ਮਰ ਗਏ ਹਨ ਉਹਨਾਂ ਨੂੰ ਇਹ ਰੋਂਦਾ ਹੀ ਨਹੀਂ।
ਸੋ ਉਹਨਾਂ ਬਾਰੇ ਅਫਸੋਸ ਨਹੀਂ ਜ਼ਾਹਰ ਕਰਦਾ ਵੀ ਇਹ ਕਿਉਂ ਭਗਤੀ ਵਾਲੇ ਪਾਸਿਓਂ ਸਖਣੇ, ਇਹਨਾਂ ਦੇ ਪੱਲੇ ਕੁਛ ਨਹੀਂ। ਸੋ ਇਸ ਪ੍ਰਕਾਰ ਕਿਉਂਕਿ ਆਪ ਸਖਣੇ ਜੀਵ ਹਨ। ਆਵਤ ਕੋ ਜਾਤਾ ਕਹੈ, ਆਉਂਦੇ ਹੋਏ ਨੂੰ ਜਾਂਦਾ ਕਹੀ ਜਾਂਦਾ। ਜਿਹੜਾ ਆ ਗਿਆ ਪਰਮੇਸ਼ਰ ਦੀ ਸ਼ਰਨ ਜਾਂ ਸਤਸੰਗਤ ਵਿੱਚ ਸਿਮਰਨ ਵਾਲੇ ਪਾਸੇ ਆ ਗਿਆ, ਉਹਨੂੰ ਕਹਿੰਦੇ ਵੀ ਇਹ ਤਾਂ ਦੁਨੀਆ ਵੱਲੋਂ ਗਿਆ, ਇਹ ਤਾਂ ਨਿਕੰਮਾ ਹੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਸੀ ਵੀ ਕਾਲੂ ਦਾ ਪੁੱਤ, ਮਹਿਤਾ ਕਾਲੂ ਦਾ ਪੁੱਤ ਕੁਰਾਈਆ ਹੈ। ਸੋ ਹਜ਼ੂਰ ਨੇ ਆਪ ਬਾਣੀ 'ਚ ਨਕਸ਼ਾ ਖਿੱਚਿਆ ਵੀ ਇੰਜ ਲੋਕ ਕਹਿੰਦੇ ਸੀ, ਕੋਈ ਆਖਿਆ ਭੂਤਨਾ ਕੋ ਕਹੈ ਬੇਤਾਲਾ, ਕੋਈ ਆਖਿਆ ਆਦਮੀ ਨਾਨਕ ਵਿਚਾਰਾ। ਔਰ ਕਬੀਰ ਜੀ ਨੂੰ ਕਹਿੰਦੇ ਜੁਲਾਹਾ ਹੀ ਰਿਹਾ ਤੂੰ, ਤੈਨੂੰ ਅਕਲ ਹੀ ਨਹੀਂ, ਸਾਡਾ ਚੇਲਾ ਨਹੀਂ ਬਣਦਾ। ਸੋ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ। ਸੰਤਾਂ ਭਗਤਾਂ ਨੂੰ ਲੋਕਾਂ ਨੇ ਬੌਰੇ ਕਿਹਾ। ਲੋਕ ਕਹੈ ਕਬੀਰ ਬੌਰਾਨਾ, ਦੁਨੀਆ ਕਹਿੰਦੀ ਹੈ ਸਾਰੀ ਵੀ ਕਬੀਰ ਬੌਰਾ ਝੱਲਾ ਪਾਗਲ ਹੈ, ਪਰ ਕਬੀਰ ਕਾ ਮਰਮ ਰਾਮ ਪਹਿਚਾਨਾ। ਕਬੀਰ ਦੇ ਅੰਦਰ ਦਾ ਭੇਦ ਤਾਂ ਰਾਮ ਨੇ ਪਹਿਚਾਣਿਆ ਨਾ, ਪਰਮੇਸ਼ਰ ਨੇ। ਇਸ ਤਰ੍ਹਾਂ ਦੀ ਹਾਲਤ ਹੈ। ਜਿਹੜਾ ਆਉਂਦਾ ਵਾਹਿਗੁਰੂ ਦੀ ਸ਼ਰਨ ਵਿੱਚ ਆਉਂਦੇ ਹੋਏ ਨੂੰ ਜਾਂਦਾ ਕਹੀ ਜਾਂਦਾ ਹੈ ਮਨੁੱਖ ਕਲਯੁਗ ਦਾ, ਜਾਤੇ ਕੋ ਆਇਆ। ਸੋ ਇਸ ਪ੍ਰਕਾਰ ਜਿਹੜਾ ਜਾਂਦਾ ਹੈ ਪਰਮੇਸ਼ਰ ਦੇ ਸਿਮਰਨ ਵੱਲੋਂ ਦੂਰ, ਸੋ ਅਸਲ ਮਾਰਗ ਤੋਂ ਖੁੰਝ ਕੇ ਪਾਸੇ ਜਾਂਦਾ ਪਿਆ, ਉਹਨੂੰ ਕਹਿੰਦੇ ਆ ਗਿਆ ਟਿਕਾਣੇ। ਜਿਹੜਾ ਸੰਸਾਰੀ ਬਣ ਜਾਏ ਨਾ, ਧੰਦੇ 'ਚ ਗਲਤਾਨ ਹੋਵੇ। ਇੱਕ ਭਜਨ ਯਾਦ ਆਇਆ, ਇੱਕ ਗੁਰਮੁਖ ਦੰਪਤੀ ਪਤੀ ਪਤਨੀ, ਉਹ ਸੰਤ ਬਾਬਾ ਆਇਆ ਸਿੰਘ ਹੋਤੀ ਮਰਦਾਨ ਵਾਲਿਆਂ ਕੋ ਆਇਆ ਕਰਦੇ ਸੀ, ਤੇ ਕਹਿੰਦੇ ਸਾਡੇ ਘਰ ਬੱਚਾ ਹੈ ਨਹੀਂ। ਤੇ ਉਹ ਮਹਾਂਪੁਰਸ਼ਾਂ ਦੀ ਉਪਮਾ ਬੜੀ ਕਰਦੇ ਸੀ ਵੀ ਤੁਸੀਂ ਧੰਨ ਹੋ ਜੀ, ਦੁਨੀਆ ਤਾਰ ਦੀ, ਤੁਹਾਡੇ ਵਰਗੇ ਦੇ ਘਰ ਘਰ ਹੋਣ। ਫਿਰ ਇੱਕ ਦਿਨ ਹੱਸ ਕੇ ਮਹਾਂਪੁਰਸ਼ ਕਹਿਣ ਲੱਗੇ ਕਿ ਤੁਹਾਡੇ ਘਰ ਵੀ ਆਉਣ ਵਾਲਾ, ਫਿਰ ਦੱਸਾਂਗੇ ਤੁਹਾਨੂੰ, ਪੁੱਛਾਂਗੇ ਤੁਹਾਨੂੰ। ਸਾਨੂੰ ਤਾਂ ਘਰ ਦੇ ਕਹਿੰਦੇ ਵੀ ਨਿਕੰਮਾ ਜੰਮ ਪਿਆ, ਤੇ ਸਾਡੇ ਨਾਲ ਤੇ ਘਰਦਿਆਂ ਦਾ ਕੋਈ ਪਿਆਰ ਹੀ ਨਹੀਂ ਹੈਗਾ, ਤੇ ਤੁਸੀਂ ਕਹਿੰਦੇ ਹੋ ਵੀ ਬੜੇ ਚੰਗੇ ਹੋ, ਇਹ ਕਿਸ ਤਰ੍ਹਾਂ ਦਾ ਤੁਹਾਡੇ ਘਰ ਵੀ ਆਵੇਗਾ, ਫਿਰ ਤੁਹਾਨੂੰ ਪੁੱਛਾਂਗੇ। ਉਹ ਬਾਬਾ ਮਹਾਰਾਜ ਸਿੰਘ ਹੋਏ। ਹਿੰਦੁਸਤਾਨ 'ਚੋਂ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਜਿਹੜਾ ਸੰਗਰਾਮ ਸ਼ੁਰੂ ਕੀਤਾ, ਉਸ ਸੰਗਰਾਮ ਦੇ ਪਹਿਲੇ ਸ਼ਹੀਦ ਬਾਬਾ ਹੋਏ ਨੇ ਉਹ ਮਹਾਰਾਜ ਸਿੰਘ, ਜੋ ਸਿੰਘਾਪੁਰ ਜੇਲ੍ਹ ਦੇ ਵਿੱਚ ਹੀ ਉਹਨਾਂ ਨੇ ਕੈਦ ਵਿੱਚ ਹੀ ਸਰੀਰ ਤਿਆਗਿਆ। ਉਹਨਾਂ ਦੀ ਯਾਦ 'ਚ ਗੁਰਦੁਆਰਾ ਸਾਹਿਬ ਬਣਿਆ ਹੋਇਆ। ਤੇ ਫਿਰ ਉਹ ਬਾਬਾ ਮਹਾਰਾਜ ਸਿੰਘ ਜਿਹੋ ਜਿਹਾ ਸੁਭਾਅ ਲੈ ਕੇ ਆਏ ਸੀ, ਉਹ ਸਾਧੂਆਂ ਸੰਤਾਂ ਗੁਰਮੁਖਾਂ ਨਾਲ ਪੰਥ ਦੇ ਕਾਰਜਾਂ ਵਿੱਚ ਲੱਗੇ ਰਹੇ। ਤੇ ਉਹ ਮਾਤਾ ਪਿਤਾ ਫਿਰ ਕਿਹਾ ਕਰਨ ਜੀ ਬੱਚਾ ਤਾਂ ਮਿਲਿਆ, ਪਰ ਨਿਕੰਮਾ ਹੀ ਆ, ਸਾਡੇ ਕੰਮ ਦਾ ਨਹੀਂ। ਸੋ ਇਸ ਪ੍ਰਕਾਰ ਇਸ ਤਰ੍ਹਾਂ ਦੀ ਹਾਲਤ ਹੈ। ਪਰ ਕੀ ਕਹੋ ਆਪਣੀ ਕਹੈ, ਕਲਯੁਗ ਦਾ ਮਨੁੱਖ ਪਰਾਈ ਵਸਤੂ ਨੂੰ ਆਪਣੀ ਕਹਿੰਦਾ ਹੈ। ਪਰਾਈ ਜਿਹੜੀ ਮਾਇਆ ਪਰਾਈ ਹੋ ਜਾਣ ਵਾਲੀ, ਸਾਥ ਛੱਡ ਜਾਣ ਵਾਲੀ ਹੈ, ਇਹਨੂੰ ਇਹ ਆਪਣੀ ਕਹਿੰਦਾ ਹੈ। ਆਪਣੋਂ ਨਹੀਂ ਭਾਇਆ, ਜੋ ਆਪਣਾ ਨਾਮ ਧਨ ਹੈ, ਸਾਡੇ ਕਲਿਆਣ ਕਰਨ ਵਾਲਾ, ਸਾਥ ਦੇਣ ਵਾਲਾ, ਉਹਨੂੰ ਇਹ ਚੰਗਾ ਹੀ ਨਹੀਂ ਲੱਗਦਾ। ਆਪਣੋਂ ਨਹੀਂ ਭਾਇਆ ਇਸ ਜੀਵ ਨੂੰ, ਇਹ ਧਨ ਨਾਮ ਰੂਪੀ ਧਨ ਚੰਗਾ ਹੀ ਨਹੀਂ ਲੱਗਦਾ, ਭਾਇਆ ਹੀ ਨਹੀਂ ਹੈ। ਆਪਣਾ ਜੋ ਪਰਮੇਸ਼ਰ ਆਤਮਾ ਰੂਪ, ਉਹ ਭਾਇਆ ਹੀ ਨਹੀਂ, ਚੰਗਾ ਹੀ ਨਹੀਂ ਲੱਗਾ। ਮੀਠੇ ਕਉ ਕੌੜਾ ਕਹੈ, ਜਿਹੜਾ ਮਿੱਠਾ ਹਰੀ ਪਰਮੇਸ਼ਰ ਦਾ ਨਾਮ ਗਿਆਨ, ਉਹ ਇਹਨੂੰ ਕੌੜਾ ਲੱਗਦਾ, ਇਹ ਉਹਨੂੰ ਕੌੜਾ ਕਹਿੰਦਾ। ਵੀ ਇਹ ਗਿੱਲਾ ਪੀਣ ਆ ਜੀ, ਕਿਹੜਾ ਚੱਕੀ ਪੀਂਦਾ ਰਹੇ, ਗਿੱਲਾ ਪੀਣ ਪੀਂਦਾ ਰਹੇ। ਰੱਬ ਦਾ ਨਾਮ ਤਾਂ ਲੂਣੀ ਸਿਲ ਵਰਗਾ, ਇਹਨੂੰ ਕਿਹੜਾ ਚੱਟੇ। ਮੀਠੇ ਕਉ ਕੌੜਾ ਕਹੈ, ਮਿੱਠਾ ਪਰਮੇਸ਼ਰ ਦਾ ਨਾਮ, ਉਹਨੂੰ ਇਹ ਕੌੜਾ ਹੀ ਕਹਿੰਦਾ। ਕੜੂਏ ਕੋ ਮਿੱਠਾ, ਤੇ ਜਿਹੜੇ ਕੌੜੇ ਹਨ ਖਿਰਮੈ ਕੌੜੇ ਹੋਏਗੇ, ਜਿਤੜੇ ਮਾਇਆ ਭੋਗ ਮਾਇਕੀ ਭੋਗ ਪਦਾਰਥਾਂ ਨੂੰ ਜੋ ਕੌੜੇ ਹਨ, ਉਹਨਾਂ ਨੂੰ ਮਿੱਠਾ ਕਹਿੰਦਾ ਹੈ। ਰੱਤੇ ਕੀ ਨਿੰਦਾ ਕਰ, ਜੋ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੱਤੇ ਹੋਏ ਆ ਨਾ, ਉਹਨਾਂ ਰੱਤਿਆਂ ਹੋਇਆਂ ਦੀ ਇਹ ਨਿੰਦਾ ਕਰਦੇ ਆ ਸੰਸਾਰ ਦੇ ਜੀ। ਐਸਾ ਕਲ ਮਹਿ ਡੀਠਾ, ਐਸਾ ਵਰਤਾਰਾ ਭਾਈ ਕਲਯੁਗ ਦੇ ਅੰਦਰ ਅਸੀਂ ਡੀਠਾ ਹੈ, ਵੇਖਿਆ ਹੈ। ਚੇਰੀ ਕੀ ਸੇਵਾ ਕਰਹਿ ਠਾਕੁਰ ਨਹੀਂ ਦੀਸੈ, ਚੇਰੀ ਜਿਹੜੀ ਦਾਸੀ ਹੈ ਪਰਮੇਸ਼ਰ ਦੀ ਮਾਇਆ, ਉਸ ਦੀ ਇਹ ਸੇਵਾ ਕਰਦੇ ਪਏ, ਪੂਜਦੇ ਪਏ ਨੇ। ਜਿਵੇਂ ਦੀਵਾਲੀ ਵਾਲੇ ਦਿਨ ਦਰਵਾਜ਼ੇ ਖੁੱਲ੍ਹੇ ਰੱਖਦੇ, ਅੱਜ ਲక్ష్ਮੀ ਨੇ ਆਉਣਾ। ਸੋ ਇਸ ਪ੍ਰਕਾਰ ਇੰਜ ਮਾਇਆ ਦੀ ਪੂਜਾ ਹੀ ਹੋ ਰਹੀ। ਇਸ ਮਾਇਆ ਕੇ ਤੀਨ ਨਾਮ, ਪਰਸੂ ਪਰਸਾ ਪਰਸਰਾਮ, ਜਿਹਦੇ ਕੋਲ 4 ਕੌਡੀਆਂ, ਉਹਦੇ ਪਿੱਛੇ ਲੱਗੇ ਫਿਰਦੇ, ਮੱਥੇ ਟੇਕਦੇ ਉਸ ਨੂੰ। ਚੇਰੀ ਕੀ ਸੇਵਾ ਕਰਹਿ, ਚੇਰੀ ਦਾਸੀ ਮਾਇਆ ਦੀ ਸੇਵਾ ਕਰਦੇ ਆ, ਭਗਤੀ ਠਾਕੁਰ ਨਹੀਂ ਦੀਸੈ। ਇਸ ਕਰਕੇ ਠਾਕੁਰ ਪਰਮੇਸ਼ਰ ਅਕਾਲ ਪੁਰਖ ਜੋ ਹੈ, ਉਹ ਦਿਖਾਈ ਨਹੀਂ ਦਿੰਦਾ ਹੈ। ਪੋਖਰ ਨੀਰ ਵਿਰੋਲੀਐ, ਮਾਖਣ ਨਹੀਂ ਰੀਸੈ। ਹਜ਼ੂਰ ਕਹਿੰਦੇ ਛੱਪੜ ਰਿੜਕੀ ਜਾਈ, ਛੱਪੜ 'ਚ ਮਧਾਣੀ ਪਾ ਕੇ ਰਿੜਕੀਏ। ਪਾਣੀ ਜਿਹੜਾ ਉਹ ਮਧਾਣੀ 'ਚ ਪਾ ਕੇ ਜੇ ਵਿਰੋਲੀਏ ਰਿੜਕੀਏ ਤਾਂ ਮਾਖਣ ਨਹੀਂ ਰੀਸਾ, ਉੱਥੋਂ ਮੱਖਣ ਨਹੀਂ ਨਿਕਲਦਾ ਹੈ। ਰੀਸਾ ਨਿਕਲਦਾ ਨਹੀਂ, ਮੱਖਣ ਨਹੀਂ ਪ੍ਰਾਪਤ ਹੋਣਾ ਪਾਣੀ ਵਿੱਚੋਂ ਜਾਂ ਛੱਪੜ ਦੇ ਵਿੱਚੋਂ। ਉੱਥੇ ਤਾਂ ਸਿੱਪੀਆਂ ਘੋਗੇ, ਦੂਜੀਆਂ ਜੋਕਾਂ ਆਦਿਕ ਨਿਕਲਣਗੀਆਂ, ਡੱਡੀਆਂ ਮੱਛੀਆਂ। ਅਤੇ ਇਸ ਪ੍ਰਕਾਰ ਜਿਵੇਂ ਫਰੀਦ ਜੀ ਨੇ, ਕਬੀਰ ਜੀ ਨੇ ਕਿਹਾ, ਕਬੀਰ ਸਮੁੰਦ ਨਾ ਛੋਡੀਐ, ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡ ਤੇ ਭਲੋ ਨਾ ਕਹੇ ਹੈ ਕੋਈ। ਹੇ ਕਬੀਰ ਜੀ,
ਸਮੁੰਦਰ ਦੀ ਨਿਆਈ ਜੋ ਪਰਮੇਸ਼ਰ ਆ ਉਹ ਨਹੀਂ ਛੱਡਣਾ ਚਾਹੀਦਾ। ਸੋ ਭਾਵੇਂ ਅਤਿਅੰਤ ਖਾਰਾ ਵਿਸ਼ੇ ਸੁਖ ਮਠਾਸ ਨਹੀਂ ਪਰਮੇਸ਼ਰ ਵਿੱਚ। ਤੇ ਪੋਖਰ ਜਿਹੜੀ ਦੇਵੀ ਦੇਵਤਿਆਂ ਦੀ ਪੂਜਾ ਹੈ ਇਹ ਪੋਖਰ ਛੱਪੜ ਰਿੜਕਣ ਵਾਂਗ ਹੈ। ਪੋਖਰ ਛੱਪੜ ਦਾ ਜੇ ਨੀਰ ਵਿਰੋਲੀਏ ਰਿੜਕੀਏ ਤਾਂ ਉੱਥੋਂ ਨਹੀਂ ਕੁਛ ਵੀ ਨਿਕਲਣਾ। ਪੋਖਰ ਢੂੰਡਤੇ ਉਹ ਜੇ ਭਾਲਦੇ ਫਿਰੀਏ ਛੱਪੜਾਂ ਵਿੱਚੋਂ ਕੁਛ ਤਾਂ ਭਲੋ ਨਾ ਕਹੇ ਹੈ ਕੋਈ ਭਲਾ ਨਹੀਂ ਕਵੇਗਾ ਸਾਨੂੰ, ਕਹਿਣਗੇ ਨਕਮਾ ਹੀ ਆ। ਇਸ ਪ੍ਰਕਾਰ ਇੱਥੇ ਹਜੂਰ ਕਹਿ ਰਹੇ ਨੇ ਪੋਖਰ ਨੀਰ ਵਿਰੋਲੀਆ ਮਾਖਣ ਨਹੀਂ ਰੀਸਾ। ਛੱਪੜ ਰਿੜਕੀਏ ਜਾਂ ਮਧਾਣੀ 'ਚ ਪਾਣੀ ਪਾ ਕੇ ਰਿੜਕੀਏ ਤਾਂ ਉੱਥੋਂ ਮੱਖਣ ਨਹੀਂ ਨਿਕਲਣਾ ਹੈ। ਬ੍ਰਹਮ ਗਿਆਨ ਰੂਪੀ ਮੱਖਣ ਨਹੀਂ ਨਿਕਲਣਾ ਸੰਸਾਰ ਰੂਪੀ ਪੋਖਰ ਛੱਪੜ ਵਿੱਚੋਂ। ਇਸ ਪਦ ਜੋ ਅਰਥਾਏ ਲੈ ਸੋ ਗੁਰੂ ਹਮਾਰਾ। ਇਸ ਪਦ ਨੂੰ, ਇਸ ਸ਼ਬਦ ਨੂੰ ਜਿਹੜਾ ਅਰਥਾਏ ਲੈ, ਇਹਦੇ ਅਰਥ ਨੂੰ ਜਿਹੜਾ ਕਰ ਲਵੇ, ਸਮਝ ਲਵੇ, ਮਤਲਬ ਇਸ ਪਦ ਨੂੰ, ਇਸ ਵਿਚਾਰ ਨੂੰ ਜਿਹੜਾ ਸਮਝ ਲਵੇ ਸੋ ਗੁਰੂ ਹਮਾਰਾ। ਉਹ ਤਮਾਮ ਸਾਰੇ ਜੀਆਂ ਦਾ ਮਾਨੋ ਗੁਰੂ ਰੂਪ ਹੀ ਹੈ, ਉਹਦਾ ਪੂਜਣ ਯੋਗ ਹੈ। ਮਤਲਬ ਨਾਨਕ ਚੀਨ੍ਹਾ ਆਪ ਕਹੋ ਸੋ ਅਪਰ ਅਪਾਰਾ। ਹਜ਼ੂਰ ਫਰਮਾਉਂਦੇ ਨੇ ਸਤਿਗੁਰੂ ਨਾਨਕ ਦੇਵ ਜੀ, ਜਿਹੜਾ ਆਪੇ ਆਪਣੇ ਆਪ ਨੂੰ ਚੀਨ੍ਹਦਾ ਹੈ, ਜਾਣ ਲੈਂਦਾ ਨਾ ਆਪਣੇ ਗਿਆਨ ਨੂੰ, ਆਪਣੇ ਸਰੂਪ ਦੇ ਗਿਆਨ ਨੂੰ, ਉਹ ਸੋ ਅਪਰ ਅਪਾਰਾ। ਉਹ ਅਪਰ ਜਿਹੜੇ ਪਰੇ ਦੇਵਤੇ ਉਹਨਾਂ ਤੋਂ ਵੀ ਅਪਾਰਾ। ਬੇਅੰਤ ਜੋ ਪਰਮੇਸ਼ਰ ਹੈ, ਅਪਰ ਅਪਾਰ ਜੋ ਵਾਹਿਗੁਰੂ ਹੈ ਪ੍ਰਮਾਤਮਾ, ਉਹਦਾ ਰੂਪ ਹੀ ਬਣ ਗਿਆ ਹੈ। ਉਹ ਭਗਵਾਨ ਸਰੂਪ ਹੀ ਬਣ ਗਿਆ ਜਿਹੜਾ ਆਪਣੇ ਆਤਮਾ ਨੂੰ, ਅਸਲ ਸਰੂਪ ਨੂੰ ਜਾਣ ਲੈਂਦਾ ਹੈ। ਸਭ ਆਪੇ ਆਪ ਵਰਤਦਾ ਆਪੇ ਭਰਮਾਇਆ। ਸਾਰੀ ਸ੍ਰਿਸ਼ਟੀ ਵਿੱਚ ਜਿਹੜਾ ਆਪ ਆਪਣੇ ਸਰੂਪ ਤੋਂ ਆਪ ਰੂਪ ਹੈ ਵਾਹਿਗੁਰੂ, ਆਪ ਹੀ ਵਰਤ ਰਿਹਾ ਸਾਰੀ ਕੁਦਰਤ ਅੰਦਰ, ਆਪੇ ਭਰਮਾਇਆ। ਜੀਆਂ ਦੇ ਕਰਮਾਂ ਅਨੁਸਾਰ ਇਕਨਾਂ ਨੂੰ ਆਪ ਹੀ ਭਰਮਾ ਦਿੱਤਾ, ਉਸਨੇ ਭਰਮ 'ਚ ਪਾ ਦਿੱਤਾ ਹੈ, ਤੇ ਇਕਨਾਂ ਨੂੰ ਨਹੀਂ ਪਾਇਆ, ਉਹਨਾਂ ਦੇ ਕਰਮ ਚੰਗੇ ਹਨ। ਗੁਰ ਕਿਰਪਾ ਤੇ ਬੂਝੀਆ ਸਭ ਬ੍ਰਹਮ ਸਮਾਇਆ। ਗੁਰਾਂ ਦੀ ਕਿਰਪਾ ਦੁਆਰਾ ਬੁੱਝਿਆ ਜਾਂਦਾ, ਸਮਝਿਆ ਜਾਂਦਾ ਕਿ ਸਭ ਥਾਵਾਂ ਤੇ ਸਭ ਜੀਆਂ ਅੰਦਰ ਬ੍ਰਹਮ ਹੀ ਬ੍ਰਹਮ ਸਮਾਇਆ ਹੋਇਆ। ਪਰਮੇਸ਼ਰ ਕਾਲ ਪੁਰਖ ਦੀ ਸੱਤਾ ਹੀ ਹੈ, ਸਾਰੇ ਵਰਤ ਰਹੀ। ਉਸ ਵਾਹਿਗੁਰੂ ਤੋਂ ਬਗੈਰ ਤਾਂ ਹੋਰ ਕੁਛ ਵੀ ਨਹੀਂ ਹੈ। ਜੇ ਪਰਮਾਤਮਾ ਆਪਣੀ ਜੋਤ ਪਾਸੇ ਕਰਦੇ ਤਾਂ ਸਾਰਾ ਕੁਝ ਜੜ ਹੈ। ਵਾਹਿਗੁਰੂ ਦੀ ਚੇਤਨ ਸੱਤਾ ਅੰਦਰ, ਤੇ ਇਸ ਕਰਕੇ ਸਾਰੀ ਕੁਦਰਤ ਅੰਦਰ ਬ੍ਰਹਮ ਹੀ ਸਮਾਇਆ ਹੋਇਆ। ਪਰ ਗੁਰੂ ਦੀ ਕਿਰਪਾ ਨਾਲ ਹੀ ਬੁੱਝਿਆ ਜਾਂਦਾ, ਸਮਝਿਆ ਜਾਂਦਾ। ਜਦੋਂ ਸਤਿਗੁਰੂ ਟੁੱਟ ਪੈਂਦੇ ਹਨ ਉਦੋਂ ਨਿਰਾਵਰਨ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਇੱਥੋਂ ਤੱਕ ਸਤਿਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰੀਆਂ 18 ਅਸ਼ਟਪਦੀਆਂ ਸੰਪੂਰਨ ਹੋਈਆਂ ਹਨ। ਇਸ ਤੋਂ ਅੱਗੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਅਸ਼ਟਪਦੀਆਂ ਆਰੰਭ ਹੋਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।